स्वागत प्यार भरी सत श्री अकाल जी आयां नूं सारिਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਪੰਜਾਬ 1 ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਹਾਂ ਕਮਲਪ੍ਰੀਤ ਕੌਰ ਔਰ ਤੁਹਾਡਾ ਮਨਪਾਉਂਦਾ ਪ੍ਰੋਗਰਾਮ ਖਰੀਆਂ ਖੋਟੀਆਂ ਲੈ ਕੇ ਹਾਜ਼ਰ ਹੋਏ ਹਾਂ ਜੀ। ਔਰ ਮੈਂ ਵਿਕਾਸ ਮੋਂਗੀਆ, ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕਮਲ ਕੀ ਹਾਲ ਚਾਲ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਹਾਂ ਠੀਕ ਠਾਕ, ਤੁਸੀਂ ਦੱਸੋ? ਬਹੁਤ ਵਧੀਆ, ਬਹੁਤ ਵਧੀਆ। ਫੁਲਕਾਰੀ ਸੂਟ, ਫੁਲਕਾਰੀ ਚੁੰਨੀ, ਸੋਹਣੇ ਲੱਗ ਰਹੇ ਹੋ। ਤਾਰੀਫ ਕਰ ਦੋ ਨਾ ਤੇ ਹਾਂਜੀ ਸ਼ੁਕਰੀਆ। ਹਾਂ ਅੱਛਾ, ਵੈਸੇ ਹੀ ਜਦੋਂ ਇੱਕ ਮਿੰਟ ਕੀ ਹੋ ਗਿਆ? ਕੀ ਕਰ ਰਹੇ ਹੋ ਵਿਕਾਸ ਜੀ? ਇਹ ਇੱਕ ਮਿੰਟ ਐਕਚੁਅਲੀ ਮੈਂ ਜਦੋਂ ਸਟੂਡੀਓ ਵਿੱਚ ਆ ਰਿਹਾ ਸੀ ਨਾ, ਹਾਂ, ਤੇ ਸਟੂਡੀਓ ਚ ਆਂਦੇ ਆਂਦੇ ਪਿੱਛੇ ਇੱਕ ਕਾਰ ਆ ਰਹੀ ਸੀ ਮੇਰੇ। ਅੱਛਾ। ਔਰ ਕੰਟੀਨਿਊਸਲੀ ਉਹ ਹਾਰਨ ਤੇ ਹਾਰਨ ਵਜਾ ਰਿਹਾ ਸੀ, ਮੈਨੂੰ ਸਾਈਡ ਮਿਲੇਗੀ ਤਾਂ ਮੈਂ ਉਹਨੂੰ ਸਾਈਡ ਦਊਂਗਾ ਨਾ। ਦਊਂਗਾ, ਹਾਂ ਹਾਂ। ਕੰਟੀਨਿਊਸਲੀ ਹਾਰਨ ਵਜਾ ਰਿਹਾ ਸੀਗਾ, ਹਜੇ ਤੱਕ ਉਹ ਹਾਰਨ ਦੀ ਆਵਾਜ਼ ਮੇਰੇ ਕੰਨਾਂ 'ਚ ਵੱਜੀ ਜਾ ਰਹੀ ਹੈ। ਦੇਖ ਲਓ, ਇੰਨਾ ਇਰੀਟੇਟ ਕੀਤਾ ਉਹਨੇ ਮੈਨੂੰ। ਇੰਨਾ ਇਰੀਟੇਟ ਮਤਲਬ ਕਿ ਕਹਿ ਸਕਦੇ ਆਪਾਂ ਸਹਿਣਸ਼ੀਲਤਾ, ਜਾਂ ਆਪਾਂ ਕਹੀਏ ਕਿ ਕੋਈ ਹੈ ਹੀ ਨਹੀਂ ਕਿ ਅਸੀਂ ਕੋਈ ਵੇਟ ਕਰ ਲਈਏ, ਸਾਡੇ 'ਚ ਕੋਈ ਸਬਰ ਨਾਮ ਦੀ ਕੋਈ ਚੀਜ਼ ਹੀ ਹੈ ਨਹੀਂ। ਕੋਈ ਚੀਜ਼ ਨਹੀਂ ਹੈਗੀ। ਮਹਿੰਗੀਆਂ ਗੱਡੀਆਂ ਜ਼ਰੂਰ ਹੈਗੀਆਂ ਸਾਰਿਆਂ ਕੋਲ, ਪਰ ਸਹਿਣਸ਼ੀਲਤਾ ਹੈ ਨਹੀਂ। ਹੈ ਨਾ, ਵੱਡੀ ਗੱਡੀ ਹੈਗੀ ਹੈ ਲੇਕਿਨ ਇੰਨੀ ਕੀ ਵੀ ਸਹਿਣਸ਼ੀਲਤਾ ਨਹੀਂ ਹੈਗੀ। ਕਿਉਂ ਨਾ ਫਿਰ ਅੱਜ ਆਪਾਂ ਸਬਰ ਤੇ ਸਹਿਣਸ਼ੀਲਤਾ ਤੇ ਗੱਲ ਨਾ ਕਰ ਲਈਏ ਦਰਸ਼ਕਾਂ ਦੇ ਨਾਲ। ਬਿਲਕੁਲ ਜ਼ਰੂਰੀ ਹੈ, ਔਰ ਅੱਜ ਦੇ ਸਮੇਂ ਦੇ ਵਿੱਚ ਤਾਂ ਬਹੁਤ ਜ਼ਰੂਰੀ ਹੈ। ਹਾਂ ਬਿਲਕੁਲ ਬਿਲਕੁਲ, ਕਿਉਂਕਿ ਹਰ ਬੰਦਾ ਚਾਹੁੰਦਾ ਵੀ ਮੈਂ ਰਾਤੋਂ ਰਾਤ ਤਰੱਕੀ ਕਰਾਂ। ਸਬਰ ਤਾਂ, ਸੰਤੋਖ, ਪੇਸ਼ੈਂਸ ਤਾਂ ਹੈ ਹੀ ਨਹੀਂ। ਤੁਸੀਂ ਇਹ ਮਹਿਸੂਸ ਕਰਦੇ ਹੋ ਗੱਲ? ਬਿਲਕੁਲ ਮਹਿਸੂਸ ਕਰਦੀ ਹਾਂ ਮੈਂ। ਅਕਸਰ ਹੀ ਆਲੇ ਦੁਆਲੇ ਆਪਣੇ ਆਪ ਦੇ ਵਿੱਚ ਵੀ ਅਸੀਂ ਕਈ ਵਾਰ ਦੇਖਦੇ ਹਾਂ ਕਿ ਕਈ ਵਾਰ ਅਸੀਂ ਸਬਰ ਕਰਨਾ ਭੁੱਲ ਹੀ ਗਏ ਆ। ਸਾਨੂੰ ਇਦਾਂ ਲੱਗਦਾ ਕਿ ਨਹੀਂ, ਫਟਾਫਟ ਸਾਨੂੰ ਚੀਜ਼ਾਂ ਮਿਲ ਜਾਣ, ਫਟਾਫਟ ਅਸੀਂ ਚੀਜ਼ਾਂ ਦੇ ਲਈ ਦੌੜ ਭੱਜ ਕਰਦੇ ਆ ਇੰਨੀ। ਕਦੇ ਆਪਣੇ ਆਪ ਨੂੰ ਕਦੇ ਇਹ ਵੀ ਨਹੀਂ ਦੇਖਦੇ ਸੱਟ ਲੱਗਦੀ ਆ, ਠੋਕਰ ਲੱਗਦੀ ਆ, ਨਾ ਕਿਤੇ ਨਹੀਂ ਰੁਕਦੇ। ਸਾਨੂੰ ਹੁੰਦਾ ਕਿ ਫਟਾਫਟ ਉਹ ਚੀਜ਼ ਨੂੰ ਹਾਸਿਲ ਕਰ ਲਈਏ। ਹੁਣ ਵਿਕਾਸ ਜੀ, ਮੈਨੂੰ ਇੱਥੇ ਨਾ ਇੱਕ ਕਹਾਣੀ ਯਾਦ ਆ ਰਹੀ ਜਿਹੜੀ ਆਪਾਂ ਛੋਟੇ ਹੁੰਦੇ ਸਾਰਿਆਂ ਨੇ ਪੜ੍ਹੀ ਸੀ, ਖਰਗੋਸ਼ ਤੇ ਕਛੂਏ ਦੀ, ਹੈ ਨਾ? ਹਨਾ, ਉਹ ਕਿੱਡੀ ਕਹਾਣੀ ਸਾਨੂੰ ਸਿਖਾਉਂਦੀ ਹੈ, ਸਿੱਖਿਆ ਸੀ। ਅੰਤ ਦੇ ਵਿੱਚ ਲਿਖਦੇ ਹੁੰਦੇ ਸੀ ਕਿ ਸਬਰ ਦੇ ਨਾਲ ਪਾਈ ਹੋਈ ਚੀਜ਼ ਹਮੇਸ਼ਾ ਜਿੱਤ ਵੱਲ ਲੈ ਕੇ ਜਾਂਦੀ ਹੈ ਨਾ। ਉਹੀ ਚੀਜ਼ ਅੱਜ ਅਸੀਂ ਵਿਸਾਰ ਗਏ ਆ, ਭੁੱਲ ਗਏ ਆ। ਸਾਨੂੰ ਪਤਾ ਹੀ ਨਹੀਂ ਕਿ ਇਹ ਚੀਜ਼ਾਂ ਸਾਨੂੰ ਜੋ ਛੋਟੇ ਹੁੰਦੇ, ਨਿੱਕੇ ਹੁੰਦਿਆਂ ਨੂੰ ਸਿਖਾਈਆਂ ਆ, ਸਾਡੀ ਜ਼ਿੰਦਗੀ ਦੇ ਵਿੱਚ ਕਿੰਨੀ ਮਾਇਨੇ ਰੱਖਦੀਆਂ। ਸਮਾਂ ਇੰਨਾ ਤੇਜ਼ੀ ਨਾਲ ਅੱਗੇ ਵਧ ਰਿਹਾ, ਹਰ ਕੋਈ ਕਛੂਏ ਦੀ ਚਾਲ ਚੱਲਣਾ ਹੀ ਨਹੀਂ ਚਾਹੁੰਦਾ। ਹਰ ਕੋਈ ਚਾਹੁੰਦਾ ਵੀ ਮੈਂ ਖਰਗੋਸ਼ ਦੀ ਚਾਲ ਚੱਲਾਂ, ਚਾਹੇ ਮੈਨੂੰ ਠੋਕਰ ਵੱਜੇ ਜਾਂ ਮੈਂ ਓਵਰ ਕੌਨਫੀਡੈਂਸ ਹੋ ਕੇ ਡਿੱਗ ਪਵਾਂ ਕਿਤੇ। ਲੇਕਿਨ ਹਰ ਕੋਈ ਚਾਹੁੰਦਾ ਵੀ ਮੈਂ ਜਲਦੀ ਜਲਦੀ ਰਾਈਜ਼ ਕਰ ਲਵਾਂ, ਗਰੋ ਕਰ ਲਵਾਂ। ਈਵਨ ਮੈਂ ਵੱਡਿਆਂ ਵਿੱਚ ਵੀ ਦੇਖੀ ਹੈ, ਪੇਰੈਂਟਸ ਵਿੱਚ ਵੀ ਦੇਖੀ ਹੈ ਗੱਲ। ਉਹ ਵੀ ਚਾਹੁੰਦੇ ਵੀ ਸਾਡੇ ਬੱਚੇ ਰਾਤੋਂ ਰਾਤ ਪੜ੍ਹ ਜਾਣ ਔਰ ਰਾਤੋਂ ਰਾਤ ਕਿਤੇ ਡਿਪਟੀ ਕਮਿਸ਼ਨਰ ਲੱਗ ਜਾਣ, ਹੈ ਨਾ। ਸੋ ਪੇਸ਼ੈਂਸ ਨਾਮ ਦੀ ਕੋਈ ਚੀਜ਼ ਹੀ ਹੈ ਨਹੀਂ। ਸਹੀ ਗੱਲ ਹੈ ਨਾ। ਔਰ ਖਾਸ ਤੌਰ ਤੇ ਜਦੋਂ ਆਪਾਂ, ਮੈਂ ਇਸੇ ਕਰਕੇ ਤਾਂ ਮੈਂ ਇੰਸਟੈਂਟ ਕਾਫੀ ਹੁੰਦੀ, ਮੈਂ ਉਹ ਵੀ ਪੀਣੀ ਛੱਡਦੀ ਹਾਂ। ਸਹੀ ਗੱਲ ਹੈ। ਸਭ ਚੀਜ਼ਾਂ ਇਦਾਂ ਦੀਆਂ ਆ ਗਈਆਂ, ਇੰਸਟੈਂਟ ਮਤਲਬ ਹਰ ਚੀਜ਼ਾਂ ਦੇ ਵਿੱਚ ਅਸੀਂ ਦੇਖਦੇ 1 ਮਿੰਟ ਦੇ ਵਿੱਚ ਤੁਸੀਂ ਇਹ ਕਰ ਲਓ, 1 ਮਿੰਟ ਦੇ ਵਿੱਚ। ਹੁਣ ਆਨਲਾਈਨ ਆਪਾਂ ਟ੍ਰਾਂਜੈਕਸ਼ਨ ਦੀ ਗੱਲ ਕਰਦੇ ਹਾਂ, ਆਪਾਂ ਬੈਂਕ ਦੇ ਵਿੱਚ ਜਾਂਦੇ ਆ, ਲਾਈਨਾਂ ਲੱਗਦੀਆਂ ਹੈਗੀਆਂ, ਆਪਾਂ ਖੜੇ ਹੋਣਾ ਹੀ ਨਹੀਂ ਚਾਹੁੰਦੇ, ਸਬਰ ਹੀ ਹੈ ਨਹੀਂ ਸਾਡੇ ਕੋਲ। ਬਟ ਅਸੀਂ ਸਬਰ ਨਾਮ ਨਹੀਂ ਦਿੰਦੇ, ਅਸੀਂ ਕਹਿੰਦੇ ਸਮਾਂ ਹੀ ਹੈ ਨਹੀਂ ਸਾਡੇ ਕੋਲ, ਟਾਈਮ ਹੈ ਨਹੀਂ, ਹੈ ਨਾ। ਤੇ ਸੋ ਇਦਾਂ ਦੀਆਂ ਚੀਜ਼ਾਂ ਵੀ ਆ ਗਈਆਂ। ਘਰ ਬੈਠਦੇ ਆਪਾਂ ਟ੍ਰਾਂਜੈਕਸ਼ਨ 1 ਮਿੰਟਾਂ 'ਚ ਹੀ ਹੋ ਜਾਂਦੀ ਹੈਗੀ ਆ। ਪਰ ਉਹਦੇ ਨਾਲ ਹੀ ਦੂਸਰਾ ਆਪਾਂ ਜੇਕਰ ਪੱਖ ਦੇਖਿਆ ਜਾਵੇ, ਕਿੰਨੀਆਂ ਇਦਾਂ ਦੀਆਂ ਟ੍ਰਾਂਜੈਕਸ਼ਨ ਹੁੰਦੀਆਂ ਜਿਹੜੀਆਂ ਕਿ ਇੰਨੀਆਂ ਗਲਤ ਚਲੇ ਜਾਂਦੀਆਂ ਜਾਂ ਫਰਾਡ ਹੋ ਜਾਂਦਾ ਸਾਡੇ ਨਾਲ, ਹੈ ਨਾ। ਫਿਰ ਉੱਥੇ ਸਾਨੂੰ ਲੱਗਦਾ ਕਿ ਸੱਚੀ ਸਾਡਾ ਨੁਕਸਾਨ ਹੋ ਗਿਆ। ਮਤਲਬ ਅਸੀਂ ਜੇ ਸਬਰ ਦੇ ਨਾਲ ਬੈਂਕ 'ਚ ਚਲ ਜਾਂਦੇ, ਸਮਾਂ ਕੱਢ ਕੇ ਆਪਣਾ ਕੋਈ ਉਹ ਦੇਖ ਲੈਂਦੇ, ਪਰਖ ਲੈਂਦੇ ਚੀਜ਼ ਨੂੰ, ਹੈ ਨਾ। ਸੋ ਇਹ ਸਭ ਚੀਜ਼ਾਂ ਮਤਲਬ ਸਾਨੂੰ ਇਦਾਂ ਲੱਗਦੀਆਂ ਕਿ ਕੁਇਕਲੀ ਤਾਂ ਹੈ ਸਾਡੇ ਲਈ, ਈਜ਼ੀ ਤਾਂ ਹੈ, ਬਟ ਉਹ ਕਿਤੇ ਨਾ ਕਿਤੇ ਸਾਨੂੰ ਜਾ ਕੇ ਹਾਰਮ ਕਰਦੀਆਂ। ਬਿਲਕੁਲ ਸਹੀ ਗੱਲ ਹੈ। ਔਰ ਖਾਸ ਤੌਰ ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰੀਏ ਕਮਲ, ਤੇ ਪ੍ਰੈਸ਼ਰ ਵੀ ਇੰਨਾ ਜ਼ਿਆਦਾ ਹੁੰਦਾ ਪ੍ਰਾਈਵੇਟ ਸੈਕਟਰ ਦਾ, ਤੇ ਉੱਤੋਂ ਬੌਸ ਚੁਟਕੀਆਂ ਵਜਾ ਕੇ ਜਦੋਂ ਕਹਿੰਦਾ ਆਹ ਕੰਮ ਕਰੋ, ਤੇ ਉਹ ਬੌਸ ਵਿੱਚ ਵੀ ਸਬਰ ਨਹੀਂ ਹੈਗਾ। ਹਾਂ ਸਹੀ ਹੈ। ਹਾਂ, ਉਹ ਚਾਹੁੰਦਾ ਵੀ ਜਿਹੜਾ 3 ਦਿਨਾਂ ਦਾ ਕੰਮ ਆ ਉਹ 1 ਦਿਨ 'ਚ ਹੋ ਜਾਵੇ। ਹਾਂ, ਤੇ ਇਹ ਸ਼ਾਇਦ ਤੁਸੀਂ ਵੀ ਗੱਲ ਮਹਿਸੂਸ ਕੀਤੀ ਹੋਣੀ। ਹਾਂ ਬਿਲਕੁਲ, ਇਹ ਮਹਿਸੂਸ ਕਰਦੇ ਆ, ਅਸੀਂ ਸੁਣਦੇ ਵੀ ਹੈਗੇ ਆ। ਅਗਲੇ ਕਹਿੰਦੇ 20,000 ਦੀ ਜੌਬ ਮਿਲੀ ਹੈ ਸਾਨੂੰ, ਤੇ ਸਾਡੇ ਕੋਲ 60,000 ਦਾ ਕੰਮ ਲਿਆ ਜਾਂਦਾ ਹੈ ਨਾ। ਮਤਲਬ ਉਹ ਕਿੰਨਾ ਕੁ ਤੁਸੀਂ ਇੰਨਾ ਕੁ ਕੀ ਦੌੜ ਭੱਜ ਲੱਗੀ ਹੋਈ ਹੈ ਕਿ ਤੁਹਾਡੇ ਕੋਲ ਸਬਰ ਨਾਮ ਦੀ ਹੈ ਹੀ ਨਹੀਂ ਚੀਜ਼ ਹੈਗੀ ਕਿ ਅਸੀਂ ਜੇ ਹੌਲੀ ਹੌਲੀ ਸਹਿਜੇ ਅਸੀਂ ਆਪਣਾ ਕੰਮ ਕਰਾਂਗੇ। ਕੋਈ ਚੀਜ਼ਾਂ ਨੂੰ ਅਸੀਂ ਕਰਨ ਦੇ ਵਿੱਚ ਜਦੋਂ ਕਾਲੀਪਨ ਵਰਤਦੇ ਹੈਗੇ ਆ, ਬਹੁਤ ਸਾਰੀਆਂ ਗਲਤੀਆਂ ਵੀ ਕਰ ਲੈਂਦੇ ਆ ਆਪਾਂ, ਕਰਦੇ ਆ। ਔਰ ਈਵਨ ਮੈਨੂੰ ਜਿਹੜਾ ਸਬਰ, ਜਿਹੜਾ ਮੇਨ ਪੁਆਇੰਟ ਹੈ ਨਾ, ਮੈਨੂੰ ਸੜਕਾਂ ਦੇ ਉੱਪਰ ਨਜ਼ਰ ਆਉਂਦਾ, ਰੋਡਸ ਦੇ ਉੱਪਰ। ਔਰ ਰੋਡਸ ਦੇ ਉੱਪਰ ਤਾਂ ਪੇਸ਼ੈਂਸ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ। ਹਰ ਕੋਈ ਚਾਹੁੰਦਾ ਵੀ ਮੈਂ ਇਸ ਤੋਂ ਅੱਗੇ ਨਿਕਲ ਜਾਵਾਂ, ਇਸ ਤੋਂ ਅੱਗੇ ਨਿਕਲ ਜਾਵਾਂ। ਮੈਨੂੰ ਕਮਲ ਕਈ ਵਾਰ ਲੱਗਦਾ ਹੈ ਵੀ ਇਹਦੇ ਪਿੱਛੇ ਇੱਕ ਰੀਜ਼ਨ ਹੈ ਵੀ ਜਿਹੜਾ ਬੰਦਾ ਇਹ ਸੋਚਦਾ ਵੀ ਮੈਂ ਜ਼ਿੰਦਗੀ ਦੇ ਵਿੱਚ ਤਾਂ ਅੱਗੇ ਜਾ ਨਹੀਂ ਸਕਿਆ, ਕਿਉਂ ਨਾ ਮੈਂ ਸੜਕ ਤੋਂ ਅੱਗੇ ਨਿਕਲ ਜਾਵਾਂ, ਇਹਦੇ ਤੋਂ ਅੱਗੇ ਨਿਕਲ ਜਾਵਾਂ,
ਹਨਾ। ਸੋ ਉਹ ਕਿਤੇ ਫਰਸਟ੍ਰੇਸ਼ਨ ਆਪਣੀ ਕੱਢਦਾ ਰੋਡ ਦੇ ਉੱਪਰ। ਦੱਸ ਭਲਾ ਫਰਸਟ੍ਰੇਸ਼ਨ ਕੱਢਦੇ ਬੰਦੇ ਦਾ ਪ੍ਰਮਾਤਮਾ ਨਾ ਕਰੇ ਆਪਣੇ ਆਪ ਹੀ ਨਿਕਲ ਜਾਵੇ ਤਾਂ ਕੀ ਹੋਊਗਾ, ਹਨਾ। ਮਤਲਬ ਅਸੀਂ ਦੇਖਦੇ ਵੀ, ਮੈਂ ਵੀ ਮਤਲਬ ਆਪਾਂ ਵੀ ਸਾਰੇ ਜਾਣੇ ਦੇਖਦੇ ਆ, ਬੜੀ ਗੰਦੀ ਡਰਾਈਵਿੰਗ ਕੀਤੀ ਜਾਂਦੀ ਹੈਗੀ ਆ, ਬਹੁਤ ਗਲਤ ਕੀਤੀ ਜਾਂਦੀ ਹੈਗੀ ਆ ਜੀ। ਵਿਕਾਸ ਜੀ, ਦੇਖਿਆ ਜਾਂਦਾ ਹੈ ਕਿ ਸੜਕਾਂ ਤੇ ਇੰਨੀ ਮਤਲਬ ਗਲਤ ਡਰਾਈਵਿੰਗ ਕੀਤੀ ਜਾਂਦੀ ਹੈਗੀ ਆ, ਕਿਤੇ ਛੋਟੀ ਜੀ ਸੜਕ ਆ, ਹਨਾ, ਉਹਦੇ ਵਿੱਚ ਵੀ ਅਸੀਂ ਜੇ ਸੋਚਿਆ ਜਾਵੇ ਸਬਰ ਦੇ ਨਾਲ ਇੱਕ ਪਿੱਛੇ ਲੱਗਦੇ ਅਸੀਂ ਚੱਲੇ ਜਾਂਦੇ ਹੈਗੇ ਆ। ਆਪਾਂ ਕਹਿੰਦੇ ਆ ਕਿ ਦੇਰ ਹੋ ਜਵੇ ਪਰ ਆਪਣੀ ਜਾਨ ਤੋਂ ਤਾਂ ਅਸੀਂ ਬਚਾ ਕਰ ਸਕੀਏ ਨਾ। ਆਪ ਤਾਂ ਅਸੀਂ ਨਾਲ ਖਤਮ ਹੋਣਾ ਹੀ ਹੁੰਦਾ, ਨਾਲ ਅਸੀਂ ਕਈਆਂ ਦੀ ਹੋਰ ਜ਼ਿੰਦਗੀਆਂ ਨੂੰ ਵੀ ਖਤਮ ਕਰ ਦਿੰਦੇ ਹੈਗੇ ਆ, ਹਨਾ। ਕਈ ਵਾਰ ਅਸੀਂ ਇੰਨਾ ਗਲਤ ਹੋ ਜਾਂਦੇ ਆ, ਆਉਣ ਵਾਲਾ ਮੋਰੇ ਵਾਲਾ ਸਹੀ ਹੁੰਦਾ ਹੈਗਾ ਤੇ ਉਹ ਵੀ ਜਾਂਦਾ ਫਸਦਾ ਹੈਗਾ ਆ, ਠੀਕ ਹੈ। ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਕਿਤੇ ਨਾ ਕਿਤੇ ਬੰਦੇ ਨੂੰ ਬਹੁਤ ਨੁਕਸਾਨ ਦਿੰਦੀਆਂ ਨੇ, ਹਨਾ। ਬਹੁਤ ਜ਼ਿਆਦਾ। ਮੇਰੇ ਨਾਲ ਹੱਡ ਬੀਤੀ ਹੋਈ ਇੱਕ ਵਾਰੀ, ਮੈਂ ਜਾ ਰਿਹਾ ਸੀਗਾ ਤੇ ਅੱਗੇੋਂ ਗੱਡੀ ਆ ਰਹੀ ਸੀ ਤੇ ਰਸਤੇ ਵਿੱਚ ਬਜਰੀ, ਸੀਮੈਂਟ, ਰੇਤਾ ਵਗੈਰਾ ਪਈ ਸੀ। ਜਾਂ ਤਾਂ ਉਹਦੀ ਕਾਰ ਕ੍ਰਾਸ ਹੋਣੀ ਸੀ ਜਾਂ ਮੇਰੀ, ਤੇ ਅਸੀਂ ਇੱਕ ਦੂਜੇ ਨੂੰ ਡਿੱਪਰ ਦੇ ਜਾਈਏ। ਤੇ ਮੈਂ ਵੇਟ ਕੀਤੀ, ਉਹਨੇ ਵੀ ਵੇਟ ਕੀਤੀ, ਤੇ ਹਾਰਡਲੀ ਮੈਂ ਹੀ ਉਹਨੂੰ ਕਿਹਾ, ਮੈਂ ਕਿਹਾ ਤੂੰ ਆ ਜਾ ਪਹਿਲਾਂ। ਜਦੋਂ ਉਹ ਮੇਰੇ ਕੋਲੋਂ ਆਇਆ ਤੇ ਉਹਨੇ ਸ਼ੀਸ਼ਾ ਨੌਕ ਕਰਕੇ, ਡਾਊਨ ਕਰਕੇ ਮੈਨੂੰ ਇਹ ਗੱਲ ਕਹੀ ਬਈ ਤੇਰੀ ਅਕਲਮੰਦੀ ਹੈ, ਤੂੰ ਰੁਕ ਗਿਆ, ਜੇ ਤੂੰ ਨਾ ਰੁਕਦਾ ਤੇ ਆਪਣੀ ਲੜਾਈ ਪੱਕੀ ਸੀ। ਲੈ ਦੱਸ, ਇਹੀ ਚੀਜ਼ ਜੇ ਤੂੰ ਸਮਝ ਜਾਂਦਾ ਤਾਂ ਤੈਨੂੰ ਕਹਿ ਦਿੰਦੇ ਸ਼ਾਇਦ ਅਸੀਂ ਕੋਈ ਥੱਲੇ ਨਹੀਂ ਲੱਗਣਾ ਚਾਹੁੰਦਾ, ਥੱਲੇ ਲੱਗਣਾ ਚਾਹੀਦਾ, ਹਾਂ, ਕਿ ਮੈਂ ਕਿਉਂ ਸੁਣਾ ਕਿਸੇ ਦੀ ਗੱਲ। ਨਾ ਸਰ, ਇਹ ਵਾਕਈ ਸਹੀ ਗੱਲ ਤੁਹਾਡੀ। ਰੋਡਸ ਦੇ ਉੱਪਰ ਪੇਸ਼ੈਂਸ ਬਿਲਕੁਲ ਨਹੀਂ ਹੈਗੇ, ਸਬਰ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਮੇਰਾ ਇੱਕ ਦੋਸਤ ਹੈ, ਉਹਦੀ ਮੈਨੂੰ ਇੱਕ ਗੱਲ ਬੜੀ ਵਧੀਆ ਲੱਗਦੀ ਹੈ। ਉਹਨੇ ਆਪਣੀ ਕਾਰ ਦੇ ਵਿੱਚ ਨਾ, ਜਦੋਂ ਉਹਦੀ ਸਪੀਡ ਵਾਲੀ ਸੂਈ 80 ਕ੍ਰਾਸ ਕਰਦੀ ਹੈ, ਤੇ ਜਦੋਂ 80 ਕ੍ਰਾਸ ਕਰਦੀ ਹੈ ਤੇ ਉਹਦੇ ਉੱਪਰ ਉਹਨੇ ਸਾਈਡ ਤੇ ਨਾ ਛੋਟੀ ਜਿਹੀ ਆਪਣੀ ਫੈਮਿਲੀ ਦੀ ਫੋਟੋ ਲਗਾਈ ਹੈ। ਕੀ ਬਾਤ ਹੈ। ਉਹਨੂੰ ਪਤਾ ਲੱਗ ਜਾਂਦਾ ਵੀ ਜਦੋਂ ਮੈਂ 80 ਕ੍ਰਾਸ ਕਰਨਾ ਤੇ ਆਈ ਲਵ ਮਾਈ ਫੈਮਿਲੀ, ਹੈਨਾ, ਵੀ ਮੈਂ ਉਨੀ ਹੀ ਸਪੀਡ ਰੱਖਣੀ ਹੈ ਜਿੰਨੀ ਕੰਟਰੋਲ ਹੋ ਜਾਵੇ, ਹਾਂ, ਬਿਲਕੁਲ। ਸੋ ਇਹ ਵੀ ਇੱਕ ਪੇਸ਼ੈਂਸ ਦਾ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਮੈਨੂੰ ਲੋਕਾਂ ਵਾਸਤੇ, ਹੈ ਨਾ। ਬਿਲਕੁਲ। ਔਰ ਕਈ ਵਾਰ ਹੁੰਦਾ ਹੈ ਕਿ ਇਦਾਂ ਦੀਆਂ ਚੀਜ਼ਾਂ ਵੀ ਲੋਕ ਕਰਦੇ ਨੇ ਕਿ ਜਿੱਦਾਂ ਤੁਸੀਂ ਇੱਕ ਗੱਲ ਦੱਸੀ ਹੈਗੀ ਆ, ਇਦਾਂ ਹੀ ਮੈਨੂੰ ਵੀ ਇੱਕ ਦੇਖਣ ਦੇ ਵਿੱਚ ਆਇਆ ਹੈਗਾ ਆ ਕਿ ਮਤਲਬ ਅਸੀਂ ਆਪਣੇ ਆਪ ਨੂੰ ਸੇਫ ਕਰਨ ਦੇ ਲਈ, ਹੈ ਨਾ, ਅਸੀਂ ਆਪਣੇ ਆਪ ਨੂੰ ਬਹੁਤ ਕੁਝ ਕਰਦੇ ਹੈਗੇ, ਪਰ ਦੂਸਰਿਆਂ ਦੀ ਸੇਫਟੀ ਲਈ ਅਸੀਂ ਜਦੋਂ ਕੁਝ ਕਰਦੇ ਹੈਗੇ ਆ, ਜਦੋਂ ਕੁਝ ਕਹਿੰਦੇ ਹੈਗੇ ਆ ਉਹਨਾਂ ਨੂੰ ਨਾ, ਇੱਦਾਂ ਹੀ ਰਾਸਤੇ ਦੇ ਵਿੱਚ ਆਪਾਂ ਨੂੰ, ਜਿੱਦਾਂ ਹੁਣ ਪੁਲਿਸ ਵਾਲਿਆਂ ਨੇ ਜਾਂ ਰਾਸਤੇ ਵਿੱਚ ਟ੍ਰੈਫਿਕ ਪੁਲਿਸ ਖੜੀ ਹੁੰਦੀ ਆ, ਜਾਂ ਆਪਾਂ ਨੂੰ ਲਿਖਿਆ ਹੁੰਦਾ ਹੈ ਕਿ ਹਾਈਵੇ ਉੱਤੇ ਸਪੀਡ ਲਿਮਿਟ ਤੁਹਾਡੀ ਕਿੰਨੀ ਹੋਣੀ ਚਾਹੀਦੀ ਹੈਗੀ ਆ ਨਾ। ਸੋ ਇਹ ਵੀ ਸਾਡੇ ਲਈ ਇੱਕ ਤਰ੍ਹਾਂ ਨਾਲ ਸਾਨੂੰ ਸਿਗਨਲ ਮਿਲਦਾ ਹੈਗਾ ਕਿ ਅਸੀਂ ਆਪਣੇ ਪੇਸ਼ੈਂਸ ਰੱਖ ਕੇ ਚੱਲੀਏ। ਅਸੀਂ ਇਹ ਨਾ ਦੇਖੀਏ ਕਿ ਦਿਨ ਜਾਂ ਰਾਤ ਹੈਗੇ, ਉਦੋਂ ਟਾਈਮ ਤੇ ਅਸੀਂ ਕਹੀਏ ਕਿ ਰੋਡ ਉੱਤੇ ਇੰਨਾ ਜ਼ਿਆਦਾ ਰਸ਼ ਨਹੀਂ ਹੁੰਦਾ, ਹੈ ਨਾ, ਤੇ ਆਪਾਂ ਉਦੋਂ ਸਪੀਡ ਜਿਹੜੀ ਹੈਗੀ ਆਪਣੀ ਕ੍ਰਾਸ ਕਰ ਜਾਂਦੇ ਹੈਗੇ ਆ। ਤੇ ਫਿਰ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਯਾਦ ਦਿਵਾਉਂਦੀਆਂ ਨੇ ਕਿ ਸਪੀਡ ਲਿਮਿਟ ਵੀ ਤੁਹਾਡੀ ਇੰਨੀ ਆ। ਟ੍ਰੈਫਿਕ ਪੁਲਿਸ ਵਾਲੇ ਜਦੋਂ ਤੁਹਾਡਾ ਚਲਾਨ ਕੱਟਦੇ ਹੈਗੇ ਆ, ਫਿਰ ਪਤਾ ਲੱਗਦਾ ਹੈ ਕਿ ਨਹੀਂ, ਸਬਰ ਦੇ ਨਾਲ ਨਹੀਂ, ਸਹੀ ਗੱਲ ਹੈ, ਸਹੀ ਸਪੀਡ 'ਚ ਜਾਣਾ ਚਾਹੀਦਾ ਆ। ਗਲਤ ਮੈਨੂੰ ਲੱਗਦਾ ਕਈ ਵਾਰ ਰੋਡ ਦੇ ਉੱਪਰ ਲਿਖਿਆ ਹੁੰਦਾ ਵੀ ਧੀਰੇ ਚਲਾਈਏ, ਆਪਕਾ ਕੋਈ ਇੰਤਜ਼ਾਰ ਕਰ ਰਹਾ ਹੈ, ਹੈਨਾ, ਬੜੇ ਵੱਡੇ ਸਲੋਗਨ ਲਿਖੇ ਹੁੰਦੇ ਆ। ਸੋ ਮੈਨੂੰ ਲੱਗਦਾ ਵੀ ਇਹ ਟ੍ਰੈਫਿਕ ਜਿਹੜੇ ਇੰਚਾਰਜ ਹੈ ਉਹਨਾਂ ਨੂੰ ਸਬਰ ਦੇ ਉੱਪਰ ਵੀ ਕੁਝ ਨਾ ਕੁਝ ਲਿਖਣਾ ਚਾਹੀਦਾ, ਹੈਨਾ, ਵੀ ਸਬਰ ਰੱਖੋ, ਸਬਰ ਦਾ ਫਲ ਮਿੱਠਾ ਹੁੰਦਾ, ਹੈ ਨਾ ਜੀ। ਸੋ ਯਾਨੀ ਕਿ ਸਲੋ ਐਂਡ ਸਟੱਡੀ ਵਿਨ ਦਾ ਰੇਸ। ਇਸ ਟਰੈਕ ਦੇ ਉੱਪਰ ਕੋਈ ਚੱਲਣਾ ਨਹੀਂ ਚਾਹੁੰਦਾ, ਹਰ ਕੋਈ ਚਾਹੁੰਦਾ ਵੀ ਮੈਨੂੰ ਆ ਵੀ ਮਿਲ ਜਾਵੇ, ਮੈਨੂੰ ਉਹ ਵੀ ਮਿਲ ਜਾਵੇ, ਮੈਂ ਜਲਦੀ ਪਹੁੰਚ ਜਾਵਾਂ, ਮੈਂ ਉਹਦੇ ਨਾਲੋਂ ਪਹਿਲਾਂ ਲੈ ਲਵਾਂ, ਮੈਂ ਉਹਦੇ ਨਾਲੋਂ ਪਹਿਲਾਂ ਪਹੁੰਚ ਜਾਵਾਂ। ਯਾਨੀ ਕਿ ਸਬਰ ਨਾਮ ਦੀ ਚੀਜ਼ ਜਿਹੜੀ ਅੱਜ ਕੱਲ ਘੱਟ ਦੇਖਣ ਨੂੰ ਮਿਲਦੀ ਪਈ ਆ। ਮੈਨੂੰ ਲੱਗਦਾ ਇਹਦੇ ਵਿੱਚ ਰੀਜ਼ਨ ਇਹ ਹੋ ਸਕਦਾ ਹੈ ਕਿ ਅਸੀਂ ਨਾ ਆਪਣੀ ਐਵੇਂ ਫਾਲਤੂ ਦੇ ਨਾ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਉਲਝਾਇਆ ਹੋਇਆ ਆ, ਹਨਾ, ਤੇ ਅਸੀਂ ਉਹਨੂੰ ਸਿੰਪਲ ਨਹੀਂ ਕੀਤਾ ਹੋਇਆ, ਆਪਣੀ ਲਾਈਫ ਨੂੰ ਬਹੁਤ ਕੰਪਲੈਕਸ ਕੀਤਾ ਜਾ ਰਿਹਾ। ਉਹਦੇ ਕਰਕੇ ਕੀ ਹੁੰਦਾ, ਜਿਹੜਾ ਅਸੀਂ ਸਮੇਂ ਤੇ ਪਹੁੰਚਣਾ ਹੁੰਦਾ ਹੈ ਨਾ, ਉਹ ਅਸੀਂ ਸਮਾਂ ਲੇਟ ਕਰਦੇ ਰਹਿੰਦੇ ਆ, ਹਨਾ। ਸੋ ਜਦੋਂ ਸਮੇਂ ਤੇ ਪਹੁੰਚਣਾ ਹੁੰਦਾ ਹੈ, ਫਿਰ ਤੁਹਾਨੂੰ ਪਤਾ ਹੈ ਕਿ ਹੌਰਨ ਇੰਨੇ ਵੱਜਦੇ ਨੇ, ਔਰ ਮਤਲਬ ਜਿੱਦਾਂ ਤੁਸੀਂ ਕਹਿ ਰਹੇ, ਮੇਰੇ ਕੰਨ 'ਚ ਹਾਲੇ ਤੱਕ ਵੀ ਹੌਰਨ ਵੱਜੀ ਜਾ ਰਹੇ ਨੇ। ਏਦਾਂ ਘੰਟੇ 2 ਘੰਟੇ ਤੱਕ ਹੁੰਦਾ ਹੀ ਰਹਿੰਦਾ ਆ ਇਨਸਾਨਾਂ ਦੇ ਨਾਲ। ਫਿਰ ਉਹ ਜਿਹੜੀ ਚੀਜ਼ ਹੁੰਦੀ ਹੈ, ਉਹ ਕਿਤੇ ਨਾ ਕਿਤੇ ਸਾਨੂੰ ਮਤਲਬ ਏਦਾਂ ਡਿਸਟਰਬ ਕਰ ਦਿੰਦੀ ਹੈਗੀ ਕਿ ਸਾਨੂੰ ਲੱਗਦਾ ਹੈ ਕਿ ਤੁਸੀਂ ਸਮੇਂ ਤੋਂ ਪਹਿਲਾਂ ਹੀ ਨਿਕਲੋ, ਹਨਾ। ਜੇ ਤੁਹਾਨੂੰ ਕਿਤੇ ਜਾਣ ਦੀ ਕਾਹਲੀ ਹੈਗੀ, ਤੁਸੀਂ ਆਪਣੀਆਂ ਫਾਲਤੂ ਦੀਆਂ ਚੀਜ਼ਾਂ ਵਿੱਚ ਆਪਣੇ ਆਪ ਨੂੰ ਕਿਉਂ ਉਲਝਾਇਆ ਹੋਇਆ ਆ? ਤੁਸੀਂ ਆਪਣੇ ਆਪ ਦੇ ਸਮੇਂ ਦੀ ਸਾਰਨੀ ਬਣਾ ਕੇ ਚਲੋ, ਇੱਕ ਡਿਸਪਲਿਨ 'ਚ ਰਹਿ ਕੇ ਚਲੋ, ਪੰਕਚੁਅਲ ਹੋਣਾ ਚਾਹੀਦਾ ਤੁਹਾਨੂੰ। ਸਕੂਲਾਂ ਦੇ ਟਾਈਮ ਤੇ ਹੁਣ ਸਵੇਰ ਨੂੰ ਆਪਾਂ ਦੇਖਦੇ ਹੈਗੇ ਆ ਕਿ 9 ਵਜੇ ਰਸ਼ ਬਹੁਤ ਜ਼ਿਆਦਾ ਹੁੰਦਾ, 8 ਵਜੇ ਰਸ਼ ਸੜਕਾਂ ਤੇ ਬਹੁਤ ਹੁੰਦਾ, ਉਧਰੋਂ 2 ਵਜੇ ਬਹੁਤ ਹੁੰਦਾ, ਉਧਰੋਂ 5 ਵਜੇ ਬਹੁਤ ਹੁੰਦਾ। ਪਤਾ ਕਿ ਸਾਰਿਆਂ ਨੇ ਆਫਿਸ ਆਪਣੀ ਟਾਈਮਿੰਗ ਆਫ ਹੋ ਰਹੀ, ਸਕੂਲ ਦੀ ਟਾਈਮਿੰਗ ਆਫ ਹੋ ਰਹੀ ਹੈ, ਜਾਂ ਜਾਣ ਦਾ ਟਾਈਮ ਹੈਗਾ ਉਸ ਟਾਈਮ ਉੱਤੇ ਮਤਲਬ ਬਹੁਤ ਹੀ ਰਸ਼ ਹੁੰਦਾ ਹੈਗਾ। ਕਿਉਂ ਨਾ ਆਪਾਂ ਉਹਨਾਂ ਰਸ਼ ਚੀਜ਼ਾਂ ਦੇ ਵਿੱਚੋਂ ਮਤਲਬ ਪਿੱਛੇ ਅੱਗੇ ਕਰ ਲਈਏ ਆਪਣੇ ਟਾਈਮ ਨੂੰ, ਹਨਾ। ਫਾਲਤੂ ਚੀਜ਼ਾਂ ਤੋਂ ਅਸੀਂ ਜੇ ਸਹੀ ਆ ਤੇ ਘਰੋਂ ਵੀ ਸਮੇਂ ਸਿਰ ਚੱਲਾਂਗੇ, ਫਿਰ ਸਾਡਾ ਜਿਹੜੀ ਹੈਗੀ ਆ ਉਹ ਪੇਸ਼ੈਂਸ ਵੀ ਹੋਏਗਾ। ਬਿਲਕੁਲ। ਅੱਛਾ, ਮੈਂ ਤੁਹਾਨੂੰ ਕਮਲ ਇੱਕ ਸਵਾਲ ਪੁੱਛਣਾ ਚਾਹੁੰਦਾ, ਕਿ ਜਦੋਂ ਤੁਸੀਂ ਰਸੋਈ ਵਿੱਚ ਕੰਮ ਕਰਦੇ ਹੋ ਤੇ ਰਸੋਈ ਵਿੱਚ ਸਬਰ ਸੰਤੋਖ ਹੁੰਦਾ ਕਿ ਨਹੀਂ ਹੁੰਦਾ? ਹਾਂ, ਹੁੰਦਾ, ਆਰਾਮ ਨਾਲ। ਹਾਂ। ਲੂਣ ਮਿਰਚ ਕਦੀ ਜ਼ਿਆਦਾ ਪਿਆ?
ਨਹੀਂ ਇਦਾਂ ਤਾਂ ਨਹੀਂ ਹੋਇਆ। ਅੱਛਾ, ਪਿੱਛੋਂ ਤਾਂ ਨਹੀਂ ਪ੍ਰੈਸ਼ਰ ਹੁੰਦਾ ਵੀ ਜਲਦੀ ਜਲਦੀ ਬਣਾ, ਜਲਦੀ ਜਲਦੀ? ਹਾਂ, ਉਦੋਂ ਜਦੋਂ ਜਲਦੀ ਜਲਦੀ ਫਿਰ ਉਹ ਜਿਹੜਾ ਆਪਾਂ 2 ਮਿੰਟਸ ਦੇ ਵਿੱਚ ਬਣ ਜਾਂਦੀ ਆ। ਅੱਛਾ ਅੱਛਾ। ਫਿਰ ਉਹ ਚੀਜ਼ ਹੁੰਦੀ ਆ। ਨਹੀਂ ਤਾਂ ਮੰਮਾ ਅਕਸਰ ਜਦੋਂ ਕੁਕਿੰਗ ਕਰਦੇ ਹੈਗੇ ਆ ਤੇ ਨਾ ਉਹ ਸਾਡੇ ਘਰ ਆਲੇ ਦੁਆਲੇ ਸਾਰੇ ਕਹੋਗੇ ਕਿ ਜਦੋਂ ਇਹਨਾਂ ਦੇ ਘਰ ਤੜਕਾ ਪੱਕਣ ਲੱਗ ਪਿਆ ਹੁਣ, ਮਤਲਬ ਉਹ ਜਦੋਂ ਤੜਕਾ ਐਨ ਭੁੰਨਣਾ, ਸਬਰ ਦੇ ਨਾਲ ਲੱਗੇ ਰਹਿਣਾ, ਤਾਂ ਹੀ ਚੀਜ਼ਾਂ ਸਵਾਦ ਬਣਦੀਆਂ ਹਨ। ਜਿੱਦਾਂ ਸਰੋਂ ਦਾ ਸਾਗ ਸਵੇਰੇ ਰੱਖਤਾ ਤੇ ਸ਼ਾਮੀ ਲਾਣਾ। ਹਾਂ, ਸ਼ਾਮੀ ਲਾਣਾ, ਰਿੱਝ ਕੇ ਪ੍ਰੋਪਰ, ਫਿਰ ਘੋਟੀ ਜਾਣਾ। ਇਹ ਵੀ ਨਹੀਂ ਕਿ ਮਿੰਟਾਂ ਦੇ ਨਾਲ ਉਹ ਜਿਹੜੀਆਂ ਅੱਜ ਕੱਲ ਮਸ਼ੀਨਾਂ ਆਉਂਦੀਆਂ ਤੇ ਉਹ ਸਵਿਚ ਲਗਾਇਆ ਤੇ ਉਹ ਫੇਰ ਲੋ ਫਟਾਫਟ, ਨਹੀਂ ਮਧਾਣੀਆਂ ਮਤਲਬ ਚਲਾਣੀਆਂ ਆਪ ਹੱਥਾਂ ਦੇ ਨਾਲ। ਉਹ ਸਬਰ ਹੀ ਹੈ ਇੱਕ ਤਰ੍ਹਾਂ ਨਾਲ। ਬਿਲਕੁਲ ਸਬਰ ਹੀ ਹੈ। ਸੋ ਉਹ ਸਭ ਚੀਜ਼ਾਂ ਦਾ ਜਿਹੜਾ ਜਦੋਂ ਰਸ ਹੁੰਦਾ ਹੈ ਨਾ ਤੇ ਉਹ ਮਿੱਠਾ ਹੀ ਲੱਗਦਾ ਫਿਰ। ਬਿਲਕੁਲ, ਔਰ ਉਹ ਸਬਰ ਦਾ ਰਸ ਮਿੱਠਾ ਹੀ ਹਮੇਸ਼ਾ ਚੰਗਾ ਲੱਗਦਾ ਸਾਨੂੰ ਵੀ। ਔਰ ਜਦੋਂ ਮੈਂ ਬੱਚਿਆਂ ਦੀ ਗੱਲ ਕਰਾਂ ਨਾ ਤੇ ਬੱਚਿਆਂ ਦੇ ਵਿੱਚ ਵੀ ਸਬਰ ਬਹੁਤ ਘੱਟ ਹੈ ਅੱਜ ਕੱਲ੍ਹ, ਹਾਂ ਇਹ ਤਾਂ ਹੈ। ਔਰ ਬੱਚੇ ਵੀ ਚਾਹੁੰਦੇ ਆ ਵੀ ਫਟਾਫਟ ਮੈਂ ਸਚਿਨ ਤੰਦੂਲਕਰ ਬਣ ਜਾਵਾਂ, ਫਟਾਫਟ ਮੈਂ ਮੈਰੀ ਕੌਮ ਬਣ ਜਾਵਾਂ, ਹਨਾ। ਯਾਨੀ ਕਿ ਜਦੋਂ ਮਿਹਨਤ ਕਰਨ ਦਾ ਟਾਈਮ ਆਉਂਦਾ ਤੇ ਉਦੋਂ ਥੋੜਾ ਪਿੱਛੇ ਹੋ ਜਾਂਦੇ ਵੀ ਯਾਰ ਮਿਹਨਤ ਵੀ ਕਰਨੀ ਪੈਣੀ ਹੈ, ਇੰਨਾ ਟਾਈਮ ਲੱਗਣਾ। ਬਈ ਜਦੋਂ ਤੁਹਾਨੂੰ ਪਤਾ ਹੈ ਵੀ ਨਰਸਰੀ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਟਾਈਮ ਲੱਗਦਾ ਤੇ ਇਹਨੂੰ ਵੀ ਟਾਈਮ ਲੱਗਦਾ, ਹਨਾ। ਸੋ ਸਬਰ। ਹਾਂ, ਅੱਜ ਕੱਲ ਇੱਕ ਹੋਰ ਚੀਜ਼ ਯਾਦ ਆ ਰਹੀ ਹੈ ਮੈਨੂੰ, ਸ਼ਾਰਟਕਟ ਬੜਾ ਅਪਣਾ ਰਹੇ ਆਪਾਂ। ਵਹੀ, ਹਾਂਜੀ, ਕਿਉਂਕਿ ਸਾਡੇ ਕੋਲ ਸਬਰ ਹੈ ਹੀ ਨਹੀਂ, ਸਹਿਨਸ਼ੀਲਤਾ ਹੈ ਨਹੀਂ, ਅਸੀਂ ਕਿਸੇ ਦੀ ਵੇਟ ਨਹੀਂ ਕਰ ਸਕਦੇ, ਹੈ ਨਾ। ਤੇ ਸਾਨੂੰ ਲੱਗਦਾ ਹੈ ਕਿ ਅਸੀਂ ਸ਼ਾਰਟਕਟ ਰਾਤੋਂ ਰਾਤ ਹੀ ਇਹ ਚੀਜ਼ਾਂ ਕਰ ਲਈਏ, ਰਾਤੋਂ ਰਾਤ ਹੀ ਸਭ ਕੁਝ ਹੋ ਜਾਈਏ। ਪਰ ਨਾ ਅੱਜ ਦੇ ਟਾਈਮ ਉੱਤੇ ਅਸੀਂ ਜਦੋਂ ਦੇਖਦੇ ਹਾਂ, ਮਾਡਰਨ ਟਾਈਮ ਦੇਖਦੇ ਪਏ ਆ, ਉਹਨਾਂ ਚੀਜ਼ਾਂ ਨੇ ਵੀ ਸਾਨੂੰ ਵਿਗਾੜ ਦਿੱਤਾ ਹੈਗਾ। ਹੁਣ ਆਪਾਂ ਮਿਊਜ਼ਿਕ ਇੰਡਸਟਰੀ ਦੀ ਗੱਲ ਕਰ ਲਈਏ, ਹੈ ਨਾ, ਉਹਦੇ ਵਿੱਚ ਵੀ ਕੁਝ ਮਿਊਜ਼ਿਕ ਨੂੰ ਅੱਗੇ ਪਿੱਛੇ ਕਰਕੇ, ਵੌਇਸ ਨੂੰ ਅੱਗੇ ਪਿੱਛੇ ਕਰਕੇ, ਬੱਚਾ ਸਿੱਖਿਆ ਹੋਵੇ ਨਾ ਸਿੱਖਿਆ ਹੋਵੇ, ਔਰ ਜਿਨ੍ਹਾਂ ਨੇ ਮਿਊਜ਼ਿਕ ਸਿੱਖਿਆ ਹੋਵੇ, ਪੜ੍ਹਾਈ ਕੀਤੀ ਹੋਵੇ, ਉਹਨਾਂ ਨੂੰ ਪਤਾ ਹੁੰਦਾ ਸਬਰ ਕਿੰਨਾ ਅਸੀਂ ਕਰਕੇ ਕਿਹੜੀ ਚੀਜ਼ ਨੂੰ ਕਿੱਦਾਂ ਪਾਇਆ ਹੋਇਆ। ਠੀਕ ਹੈ, ਇੱਕ ਐਗਜ਼ਾਮਪਲ ਲੈ ਰਹੇ ਹਾਂ, ਹੈ ਨਾ ਆਪਾਂ ਇੱਕ। ਤੇ ਉਹਦੇ ਵਿੱਚ ਵੀ ਦੇਖੋ ਤੁਸੀਂ, ਮਤਲਬ ਉਹ ਵੀ ਇਦਾਂ ਦੀਆਂ ਚੀਜ਼ਾਂ, ਮਸ਼ੀਨਾਂ ਜਾਂ ਅਸੀਂ ਕਹਿੰਦੇ ਕੰਪਿਊਟਰਾਈਜ਼ਡ, ਇੰਨਾ ਆਟੋ ਟਿਊਨ ਲਗਾਤੀ, ਹਾਂ ਇੰਨਾ ਕੁਝ ਹੋ ਗਿਆ ਕਿ ਸਾਡੇ ਬੱਚਿਆਂ ਨੂੰ ਲੱਗਦਾ ਹੈ ਕਿ ਹਾਂ ਮਾੜਾ ਮੋਟਾ ਸਿੱਖਿਆ, ਸਾਰੇ ਗਾਵਾਂ ਪਾ ਕੀਤਾ, ਚਲੋ ਛੇਤੀ ਆਪਣੀ ਕੈਸੇਟ ਕੱਢਾਂਗੇ, ਗਾਣੇ ਕੱਢਾਂਗੇ, ਹੈ ਨਾ। ਸੋ ਹਾਂ, ਇਸੇ ਕਰਕੇ ਇਹ ਚੀਜ਼ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਸਾਨੂੰ ਖਰਾਬ ਕਰਦੀ ਆ, ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਚੰਗਾ ਮੈਸੇਜ ਨਹੀਂ ਦੇ ਰਹੀ। ਜੀ ਬਿਲਕੁਲ ਸਹੀ। ਹੁਣ ਦੇਖੋ ਸਬਰ ਸੰਤੋਖ ਦੀ ਆਪਾਂ ਗੱਲ ਕਰਦੇ ਪਏ ਹਾਂ, ਸ਼ਾਰਟਕਟ ਦੀ ਤੁਸੀਂ ਗੱਲ ਕੀਤੀ। ਹਰ ਕੋਈ ਚਾਹੁੰਦਾ ਵੀ ਮੈਂ ਰਾਤੋਂ ਰਾਤ ਅਮੀਰ ਬਣ ਜਾਵਾਂ, ਹਨਾ। ਸੋ ਮੇਰੇ ਨਾਲ ਦੇ ਦੋਸਤ ਨੇ ਕੋਠੀ ਪਾ ਲਈ, ਮੈਂ ਕਿਉਂ ਨਹੀਂ ਪਾਈ? ਉਹ ਇਸ ਕਰਕੇ ਉਹ ਗਲਤ ਰਸਤੇ ਤੇ ਚੱਲਦਾ, ਰਾਈਟ। ਸੋ ਜਿਹਦੇ ਕੋਲ ਸਬਰ ਸੰਤੋਖ ਹੈਗਾ, ਉਹ ਆਰਾਮ ਨਾਲ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਉਹ ਆਪਣੀ ਰੋਜ਼ੀ ਰੋਟੀ ਕਮਾ ਰਿਹਾ ਤੇ ਖਾ ਰਿਹਾ। ਔਰ ਹੁਣ ਜਦੋਂ ਰੋਟੀ ਦੀ ਗੱਲ ਕਰੀਏ ਤੇ ਮੈਂ ਰੋਟੀ ਬੜੇ ਸਬਰ ਨਾਲ ਖਾਣਾ, ਤੁਹਾਨੂੰ ਪਤਾ। ਅੱਛਾ। ਹਾਂ, ਪੂਰੇ ਸਬਰ ਨਾਲ। ਮੈਨੂੰ ਜੇ ਮੈਂ 3 ਰੋਟੀਆਂ ਖਾਣੀਆਂ ਤਾਂ ਮੈਨੂੰ ਅੱਧਾ ਘੰਟਾ ਲੱਗਦਾ ਹੈ। ਹਾਂ, ਚਬਾ ਕੇ। ਅੱਛਾ, ਕਦੀ ਇੱਧਰ ਕਦੀ ਇੱਧਰ। ਅੱਛਾ, ਪੂਰਾ ਆਨੰਦ ਲੈ ਗਏ, ਹੈ ਨਾ। ਪੂਰਾ ਆਨੰਦ ਲੈ ਗਏ ਸਬਰ ਸੰਤੋਖ ਦੇ ਨਾਲ। ਹਾਂ, ਵਧੀਆ ਗੱਲ ਆ। ਪਰ ਉਹੀ ਉਲਟ ਮੇਰੇ ਤੇ ਆ, ਮੈਨੂੰ ਤਾਂ ਇੰਨੀ ਕਾਲੀ ਪਈ ਹੁੰਦੀ ਹੈ ਕਿ ਫਟਾਫਟ 2 ਮੁਰਗੀਆਂ ਸਿੱਟੋ, ਖਾ ਲਈ, ਠੀਕ ਆ। ਨਹੀਂ ਖਾਦੀ ਤਾਂ ਚਲ ਕੋਈ ਗੱਲ ਨਹੀਂ, ਹੈ ਨਾ। ਦੁਪਹਿਰ ਨੂੰ ਸਹੀ ਏਦਾਂ ਦੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ। ਉਹੀ ਚੀਜ਼ ਮੈਨੂੰ ਵੀ ਆਪਣੇ ਆਪ 'ਚ ਫੀਲ ਹੁੰਦੀ ਸੀ ਕਿ ਕਈ ਵਾਰ ਅਸੀਂ ਨਾ ਆਪਣੇ ਆਪ 'ਚ ਜ਼ਿਆਦਾ ਹੀ ਰੁਝੇਵਿਆਂ ਨੂੰ ਢਾਲ ਲੈਂਦੇ ਹੈਗੇ ਆ। ਆਪਾਂ ਸੋਚਦੇ ਆ ਕਿ ਸਾਡੇ ਲਈ ਸਮਾਂ ਹੀ ਹੈ ਨਹੀਂ, ਸਮਾਂ ਤਾਂ ਤੁਹਾਡੇ ਕੋਲ ਵੀ 24 ਆਵਰਸ ਆ, ਮੇਰੇ ਕੋਲ ਵੀ ਆ, ਹੈ ਨਾ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਿਤੇ ਨਾ ਕਿਤੇ ਮਤਲਬ ਆਪਣੇ ਆਪ ਹੀ ਅਸੀਂ ਇੱਕ ਮਤਲਬ ਕਹਿ ਸਕਦੇ ਹਾਂ ਕਿ ਅਸੀਂ ਇਹਨਾਂ ਚੀਜ਼ਾਂ ਦੇ ਲਈ ਜ਼ਿੰਮੇਵਾਰ ਆਪ ਹੀ ਹੁੰਦੇ ਆ। ਸਿੰਪਲ ਹੈ ਲਾਈਫ ਬਹੁਤ ਜ਼ਿਆਦਾ, ਅਸੀਂ ਕੰਪਲਿਕੇਟਡ ਆਪ ਹੀ ਬਣਾਈ ਹੋਈ ਹੈ। ਸੋ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਟੂ ਡੂ ਲਿਸਟ ਬਣਾਉਂਦੇ ਆ ਵੀ ਸਵੇਰੇ ਉੱਠ ਕੇ ਕਰਨਾ ਕੀ ਹੈ, ਹੈਨਾ। ਤੇ ਜਿਹੜੇ ਕੰਮ ਹੋ ਜਾਂਦੇ ਟਿਕ ਮਾਰ, ਜਿਹੜੇ ਨਹੀਂ ਕੀਤੇ ਉਹ ਅਗਲੇ ਦਿਨ ਪਾ ਦਿੰਦੇ, ਹੈਨਾ। ਸੋ ਯਾਨੀ ਕਿ ਇਹ ਸਬਰ ਸੰਤੋਖ ਇਹਦੇ ਵਿੱਚ ਵੀ ਹੋਣਾ ਚਾਹੀਦਾ, ਹੈਨਾ। ਵੀ ਮੈਂ ਜ਼ਰੂਰੀ ਨਹੀਂ 20 ਦੇ 20 ਕੰਮ ਅੱਜ ਹੀ ਕਰਨੇ ਆ ਜਾਂ ਕੱਲ ਕਰਨੇ ਆ, ਤੁਸੀਂ 10 ਅੱਜ ਕਰ ਲਓ, 10 ਅਗਲੇ ਦਿਨ ਕਰ ਲਓ, ਹੈਨਾ। ਲਾਈਕ ਇਹ ਵੀ ਆਪਣਾ ਟਾਰਗੇਟ ਬਣਾ ਕੇ ਰੱਖਿਆ ਹੋਇਆ ਵੀ ਆਵੇ ਪੈਂਡਿੰਗ ਕੰਮ ਹੈ ਕਰਨੇ ਆ। ਸੋ ਸਬਰ ਜਿਹੜਾ ਹੈ ਉਹ ਬਹੁਤ ਕੀ ਉਹਨੂੰ ਕਹਿੰਦੇ ਅਨਮੋਲ ਹੈ, ਹੈਨਾ। ਔਰ ਜਿਹਦੇ ਕੋਲ ਸਬਰ ਹੈ ਮੈਨੂੰ ਲੱਗਦਾ ਵੀ ਉਹ ਸਭ ਤੋਂ ਵਧੀਆ ਪ੍ਰਾਪਰਟੀ ਉਹਦੇ ਕੋਲ ਹੈਗੀ। ਹਾਂ ਬਿਲਕੁਲ, ਉਹਦੀ ਜ਼ਿੰਦਗੀ ਵੀ ਅਨਮੋਲ ਹੈ, ਹਾਂ ਬਿਲਕੁਲ। ਜਿੱਦਾਂ ਸਾਡਾ ਸ਼ੋਅ ਵੀ ਅਨਮੋਲ ਹੈ, ਜਿਹਦੇ ਵਿੱਚ ਸਬਰ ਹੀ ਸਬਰ ਹੈ ਜੀ, ਖਰੀਆਂ ਖੋਟੀਆਂ। ਬਿਲਕੁਲ, ਅਸੀਂ ਵੀ ਸਬਰ ਲੈ ਕੇ ਸੰਤੋਖ ਦੇ ਨਾਲ ਐਨ ਪ੍ਰੋਪਰ ਖਰੀਆਂ ਖੋਟੀਆਂ ਸੁਣਾਉਂਦੇ ਆਪਣੇ ਦਰਸ਼ਕਾਂ ਨੂੰ। ਔਰ ਇੱਕ ਮੈਨੂੰ ਹੋਰ ਗੱਲ ਯਾਦ ਆ ਰਹੀ ਹੈ, ਮੈਂ ਕਿਤੇ ਪੜ੍ਹਿਆ ਹੋਇਆ ਸੀ, ਕਹਿੰਦੇ ਕਿ ਸਬਰ ਇਹੋ ਜਿਹਾ ਹੈ ਕਿ ਆਪਣੀ ਸਵਾਰੀ ਨੂੰ ਕਦੇ ਡਿੱਗਣ ਨਹੀਂ ਦਿੰਦਾ। ਅੱਛਾ। ਉਹਦੇ ਉੱਤੇ ਸਵਾਰੀ ਜਦੋਂ ਸਵਾਰ ਹੁੰਦੀ ਹੈਗੀ ਆ ਨਾ ਤੇ
ਮਤਲਬ ਉਹੀ ਹੋ ਗਿਆ ਕਿ ਆਪਾਂ ਹੌਲੀ ਹੌਲੀ ਨਿਰੰਤਰ ਜਿਹੜਾ ਚੱਲਦੇ ਰਹਿੰਦੇ ਹੈਗੇ ਆ ਤੇ ਉਹ ਹੌਲੀ ਹੌਲੀ ਚੱਲਦੇ ਹੋਇਆ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚਦੇ ਆ। ਅਸੀਂ ਕੋਈ ਸ਼ਾਰਟਕਟ ਨਹੀਂ ਅਪਣਾਉਂਦੇ, ਅਸੀਂ ਆਪਣੀ ਮਿਹਨਤ ਕਰਦੇ ਆ। ਫਿਰ ਜਦੋਂ ਅਸੀਂ ਮੰਜ਼ਿਲਾਂ ਤੇ ਪਹੁੰਚ ਕੇ ਪਿੱਛੇ ਵੱਲ ਦੇਖਦੇ ਆ ਫਿਰ ਆਪਣੇ ਆਪ ਤੇ ਮਾਣ ਹੁੰਦਾ ਕਿ ਮੁਸ਼ਕਲਾਂ ਵੀ ਆਈਆਂ ਪਰ ਅਸੀਂ ਆਪਣੇ ਆਪ ਨੂੰ ਹਾਰਨ ਨਹੀਂ ਦਿੱਤਾ, ਅਸੀਂ ਜਿੱਤ ਪ੍ਰਾਪਤ ਕੀਤੀ ਹੈ। ਕੋਈ ਸ਼ਾਰਟਕਟ ਨਹੀਂ ਅਪਣਾਇਆ, ਕੋਈ ਸਾਨੂੰ ਉਂਗਲ ਕਰਕੇ ਕਹਿ ਨਹੀਂ ਸਕਦਾ ਕਿ ਤੂੰ ਇਹ ਗਲਤ ਜਿਹੜੀ ਹੈਗੀ ਆ ਚੀਜ਼ ਨੂੰ ਲੈ ਕੇ ਜਾਂ ਗਲਤ ਕੰਮ ਕਰਕੇ ਤੂੰ ਇਹ ਮੰਜ਼ਿਲ ਤੱਕ ਪਹੁੰਚਿਆ ਹੋਇਆ ਹੈਗਾ। ਫਿਰ ਬੰਦੇ ਨੂੰ ਲੱਗਦਾ ਹੈ ਕਿ ਮੈਂ ਆਪਣੇ ਆਪ ਨੂੰ ਜਵਾਬ ਦੇ ਰਿਹਾ, ਆਪਣੇ ਅੰਦਰ ਆਤਮਾ ਨੂੰ ਇੱਕ ਜਵਾਬ ਦੇ ਰਿਹਾ ਹੈਗਾ ਕਿ ਮੈਂ ਆਪਣੀ ਮਿਹਨਤ ਕਰਕੇ ਸਬਰ ਕਰਕੇ ਮੈਂ ਜਿਹੜੀ ਚੀਜ਼ ਨੂੰ ਪਾਉਣਾ ਚਾਹਿਆ ਉਹ ਮੈਂ ਪਾ ਰਿਹਾ। ਤੁਸੀਂ ਜਿੱਦਾਂ ਮਿਊਜ਼ਿਕ ਇੰਡਸਟਰੀ ਦੀ ਗੱਲ ਕੀਤੀ ਸੀ ਨਾ ਪਹਿਲਾਂ, ਵੀ ਅੱਜ ਕੱਲ ਜਿਹੜੀ ਅਕੈਡਮੀਜ਼ ਵੀ ਬਣੀਆਂ ਹੋਈਆਂ ਮਿਊਜ਼ਿਕ ਇੰਡਸਟਰੀ ਦੀਆਂ, ਮੈਂ ਬਹੁਤ ਸਾਰੀਆਂ ਡਾਂਸ ਅਕੈਡਮੀਜ਼ ਜਾਂ ਮਿਊਜ਼ਿਕ ਅਕੈਡਮੀ ਵਿੱਚ ਜਾਂਦੇ ਹੁੰਦੇ ਤੇ ਉੱਥੇ ਮੇਰਾ ਪਹਿਲਾ ਸਵਾਲ ਇਹੀ ਹੁੰਦਾ ਵੀ ਗੁਰੂ ਜੀ ਜਿਹੜੇ ਕੋਚ ਹੁੰਦੇ ਆ, ਟ੍ਰੇਨਰ, ਵੀ ਅੱਜ ਕੱਲ ਜਿਹੜੇ ਸਟੂਡੈਂਟਸ ਆਉਂਦੇ ਆ ਉਹਨਾਂ ਦੇ ਵਿੱਚ ਪੇਸ਼ੈਂਸ ਹੈਗੇ? ਉਹਨਾਂ ਦਾ ਪੈਂਦੇ ਸੱਟੇ ਇਹੀ ਜਵਾਬ ਹੁੰਦਾ ਨਹੀਂ। ਉਹ ਕਹਿੰਦੇ ਗੁਰੂ ਜੀ ਅਸੀਂ ਟੀਵੀ ਤੇ ਕਦੋਂ ਆਵਾਂਗੇ, ਗੁਰੂ ਜੀ ਮੇਰਾ ਗਾਣਾ ਰਿਕਾਰਡ ਕਦੋਂ ਹੋਏਗਾ, ਮੈਂ ਰੇਡੀਓ ਤੇ ਕਦੋਂ ਗਾਊਂਗਾ। ਯਾਨੀ ਕਿ ਸਿੱਖਣ ਦੀ ਲਾਲਸਾ ਤਾਂ ਹੈ ਲੇਕਿਨ ਸ਼ਾਰਟਕਟ, ਵੀ ਫਟਾਫਟ ਈਵਨ ਜਿਹੜੇ ਪੇਰੈਂਟਸ ਆ ਉਹ ਵੀ ਉਹਨਾਂ ਟ੍ਰੇਨਰਸ ਤੇ ਪ੍ਰੈਸ਼ਰ ਪਾਉਂਦੇ ਆ ਵੀ ਸਾਡੇ ਬੱਚੇ ਨੂੰ ਫਟਾਫਟ ਟੀਵੀ ਤੇ ਲੈ ਕੇ ਆਓ, ਸਾਡੇ ਬੱਚੇ ਨੂੰ ਫਟਾਫਟ ਰੇਡੀਓ ਤੇ ਲੈ ਕੇ ਆਓ, ਹਨਾ, ਇਹ ਸਿੱਖਦਾ ਰਹੂਗਾ ਕੋਈ ਗੱਲ ਨਹੀਂ। ਫਿਰ ਆਪਾਂ ਕਈ ਵਾਰ ਇਦਾਂ ਦੀਆਂ ਵੀ ਗਲਤ ਜਾਂ ਇਦਾਂ ਦੀਆਂ ਅਪਰੋਚ ਲਗਾਉਂਦੇ ਹੈਗੇ ਜਿਹਦੇ ਨਾਲ ਸਾਡਾ ਬੱਚਾ ਦੇਖਦਾ ਆ ਕਿ ਮਾਂ-ਬਾਪ ਨੇ ਇਹ ਕੰਮ ਕੀਤਾ ਹੋਇਆ ਹੈਗਾ ਆ। ਤੇ ਕਿਉਂਕਿ ਜਦੋਂ ਆਪਾਂ ਜੋ ਕੰਮ ਕਰਦੇ ਆ ਬੱਚੇ ਸਾਨੂੰ ਦੇਖ ਕੇ ਸਿੱਖਦੇ ਜ਼ਰੂਰ, ਬਿਲਕੁਲ ਸਿੱਖਦੇ ਆ ਜੀ, ਬਿਲਕੁਲ ਸਿੱਖਦੇ। ਉਹ ਜੇ ਅਸੀਂ ਚੰਗਾ ਕਰਦੇ ਹੈਗੇ ਤਾਂ ਬੱਚੇ ਚੰਗਾ ਹੀ ਸਿੱਖਣਗੇ, ਜੇ ਅਸੀਂ ਮਾੜਾ ਕਰਦੇ ਤਾਂ ਬੱਚਿਆਂ ਨੇ ਸਿੱਖ ਕੇ ਤਾਂ ਮਾੜਾ ਹੀ ਕਰਨਾ ਨਾ। ਸੋ ਉਹ ਚੀਜ਼ ਜਿਹੜੀ ਹੁੰਦੀ ਹੈਗੀ ਕਿਤੇ ਨਾ ਕਿਤੇ ਉਹ ਸਾਨੂੰ, ਅਸੀਂ ਕਹਿੰਦੇ ਆ ਨਾ ਕਿ ਜਿੱਦਾਂ ਦਾ ਬੀਜਾਂਗੇ ਉਦਾਂ ਦਾ ਹੀ ਵੱਢਣਾ ਪੈਣਾ, ਹਨਾ। ਜੇ ਸਬਰਾਂ ਦੇ ਨਾਲ, ਹੁਣ ਫਸਲ ਦੀ ਗੱਲ ਕਰ ਲਈ ਆਪਾਂ, ਕਿਸਾਨਾਂ ਦੀ ਗੱਲ ਕਰ ਲਈਏ, ਕਿੱਦਾਂ ਪਹਿਲਾਂ ਨਾ ਖੇਤਾਂ ਨੂੰ ਆਪਾਂ ਵਾਹੁੰਦੇ ਆ, ਹਨਾ, ਫਿਰ ਪਾਣੀ ਲਾਇਆ ਜਾਂਦਾ, ਫਿਰ ਬੀਜ ਲਾਇਆ ਜਾਂਦਾ, ਫਿਰ ਉਹਨੂੰ ਥੋੜਾ ਬਹੁਤਾ ਪਾਣੀ ਜਿਹੜਾ ਹੈਗਾ ਉਹ ਇੱਕ ਪੂਰੀ ਪਲਾਨਿੰਗ ਕਰਕੇ ਦਿੱਤਾ ਜਾਂਦਾ। ਕਿੰਨਾ ਸਬਰ ਆ। ਫਿਰ ਛੋਟੇ ਹੁੰਦੇ ਵੱਡਾ ਹੁੰਦਾ ਉਹ ਆਪਣੀ ਫਸਲ ਨੂੰ ਦੇਖਦਾ ਹੈਗਾ, ਮਤਲਬ ਮੀਂਹ ਕਣੀ ਵੀ ਆ ਜਾਵੇ ਫਿਰ ਦਿਲ 'ਚ ਇੰਨਾ ਡਰ ਹੁੰਦਾ ਹੈਗਾ ਪਰਮਾਤਮਾ ਅੱਗੇ ਹੱਥ ਜੋੜੀ ਦੇ ਕੇ ਨਾ ਇਦਾਂ ਨਾ ਕਰੀ, ਹੈ ਨਾ। ਫਿਰ ਉਹ ਵੱਢ ਕੇ ਜਦੋਂ ਪੱਕਦੀ ਹੈਗੀ ਆ, ਪੱਕਣ ਉੱਤੇ ਫਿਰ ਇਦਾਂ ਥੋੜੀ ਕੱਚੀ ਵੱਢ ਲਈ ਆਪਾਂ, ਹੈ ਨਾ, ਫਿਰ ਪੱਕਦੀ ਹੈਗੀ ਆ, ਪੱਕਣ ਤੋਂ ਬਾਅਦ ਫਿਰ ਆਪਾਂ ਵੱਢਦੇ ਆ, ਫਿਰ ਜਾ ਕੇ ਕਿਤੇ ਮੰਡੀਆਂ 'ਚ ਜਾਂਦੀ ਆ, ਫਿਰ ਕਿਤੇ ਪੈਸਾ ਆਉਂਦਾ ਹੈਗਾ। ਫਿਰ ਉਹ ਚੀਜ਼ਾਂ ਮਤਲਬ ਜੇ ਕਿੰਨਾ ਲੰਬਾ ਸਮਾਂ, ਹੈ ਨਾ, 6 ਮਹੀਨਿਆਂ ਦਾ, ਹਾਂ, ਬਹੁਤ ਵੱਡਾ ਮੈਸੇਜ ਹੈ ਸਾਡੇ ਆਲੇ ਦੁਆਲੇ 'ਚ ਹੀ। ਅਸੀਂ ਉਹਨਾਂ ਤੋਂ ਹੀ ਸਿੱਖ ਲਈਏ ਇਹ ਚੀਜ਼ਾਂ ਕਿ ਅਸੀਂ ਜਿਹੜੀ ਹਰ ਉਹ ਅਵੇਲੇਬਲ ਸਾਡੇ ਕੋਲ ਪੂਰੇ ਸਾਲ ਰਹਿੰਦੀ ਆ ਚੀਜ਼, ਹੈ ਨਾ। ਅਸੀਂ ਤਿੰਨੋਂ ਟਾਈਮ ਰੋਟੀ ਖਾਂਦੇ ਆ ਪਰ ਕਣਕ ਦਾ ਲੱਗਣ ਦਾ ਸਮਾਂ ਹੈ ਨਾ, ਹੈ ਨਾ, ਔਰ ਸਮੇਂ ਦੇ ਅਕੋਰਡਿੰਗਲੀ ਸਬਰਾਂ ਦੇ ਨਾਲ ਉਹਨੇ ਆਪਣੀ ਖੇਤੀ ਨੂੰ ਤਿਆਰ ਕੀਤਾ, ਹੈ ਨਾ। ਤੇ ਉਹ ਖੇਤੀ ਨੂੰ ਤਿਆਰ ਕਰਕੇ ਆਪਣੇ ਆਪ ਦੇ ਲਈ ਇੱਕ ਜਿਹੜਾ ਹੈਗਾ ਉਹ ਉਹਨੇ ਸਾਡੇ ਲਈ ਜਿਹੜਾ ਹੈਗਾ ਉਤਪਾਦਨ ਕੀਤਾ, ਪ੍ਰੋਡਕਸ਼ਨ ਕੀਤੀ, ਹੈ ਨਾ। ਸੋ ਇਹ ਚੀਜ਼ਾਂ ਮਤਲਬ ਕਿਤੇ ਨਾ ਕਿਤੇ ਸਾਨੂੰ ਸਾਡੇ ਆਲੇ ਦੁਆਲੇ 'ਚ ਹੀ ਆ ਪਰ ਅਸੀਂ ਸਮਝਦੇ ਨਹੀਂ। ਹੁਣ ਦੇਖੋ ਤੁਸੀਂ ਕਿਸਾਨਾਂ ਦੀ ਗੱਲ ਕੀਤੀ, ਹੁਣ ਬਾਰਡਰ ਦੇ ਉੱਪਰ ਬੈਠੇ ਜਿਹੜੇ ਕਿਸਾਨ ਆ ਉਹ ਵੀ ਸਬਰ ਲੈ ਕੇ ਬੈਠੇ, ਬਿਲਕੁਲ ਕਿੰਨਾ ਸਬਰ ਆ ਉਹਨਾਂ ਦਾ, ਇੰਨੇ ਮਹੀਨੇ ਹੋ ਗਏ ਹੈ, ਹਾਂ, ਕਿੰਨੀ ਆਸ ਹੈ। ਇਹ ਦੂਜਿਆਂ ਦੇ ਵਾਸਤੇ ਸਬਰ ਦੀ ਇੱਕ ਬਹੁਤ ਵੱਡੀ ਮਿਸਾਲ ਬਣ ਚੁੱਕੀ ਹੈ ਕਿ ਜਿਹੜਾ ਫਾਰਮਰ ਪ੍ਰੋਟੈਸਟ ਚੱਲਦਾ ਪਿਆ ਇਸ ਵੇਲੇ, ਉਹਨਾਂ ਦੇ ਸਬਰ ਨੂੰ ਆਪਾਂ ਦੋਨੋਂ ਮਿਲ ਕੇ ਸਲੂਟ ਕਰਦੇ ਹਾਂ। ਸਲੂਟ ਜੀ, ਬਿਲਕੁਲ। ਔਰ ਜਿੱਦਾਂ ਸਬਰ ਦੀ ਅਸੀਂ ਗੱਲ ਕਰ ਰਹੇ ਹੈਗੇ ਆ ਤੇ ਸਬਰ ਦੇ ਨਾਲ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਜੁੜੀਆਂ ਹੁੰਦੀਆਂ ਨੇ। ਅਸੀਂ ਬ੍ਰੇਕ ਤੋਂ ਪਾਰ ਜ਼ਰੂਰ ਇਹਦਾ ਬਾਰੇ ਗੱਲ ਕਰਾਂਗੇ। ਲੈ ਲਈਏ ਫਿਰ ਛੋਟੀ ਜਿਹੀ ਬ੍ਰੇਕ? ਸਬਰ ਤਾਂ ਹੈ ਨਹੀਂ ਪਰ ਲੈ ਲਓ। ਨਹੀਂ, ਸਬਰ ਦੇ ਨਾਲ ਅਸੀਂ ਬੈਠਦੇ ਆ ਤੇ ਲੈਂਦੇ ਆ ਛੋਟੀ ਜਿਹੀ ਬ੍ਰੇਕ। Gondola Travels. Book your flight tickets online. Fast and easy way to book your domestic and international flight tickets. Friendly customer support. Travel in budget and style. Gondola Travels. Call 209-800-8808. Website www.condolatravels.com. ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਸਾਰੇ ਹੀ ਪਿਆਰੇ ਦਰਸ਼ਕਾਂ ਦਾ। ਤੁਸੀਂ ਵੇਖ ਰਹੇ ਹੋ ਪੰਜਾਬ 1 ਟੀਵੀ ਤੇ ਖਰੀਆਂ ਖੋਟੀਆਂ ਕਮਲਪ੍ਰੀਤ ਤੇ ਵਿਕਾਸ ਮੋਂਗਿਆ ਦੇ ਨਾਲ, ਔਰ ਅਸੀਂ ਗੱਲ ਕਰ ਰਹੇ ਹਾਂ ਅੱਜ ਸਬਰ ਸੰਤੋਖ ਦੀ ਔਰ ਸਹਿਣਸ਼ੀਲਤਾ ਦੀ। ਭਾਵੇਂ ਕਿ ਇਹ ਅੱਖਰ ਸਬਰ, ਸੱਸਾ ਬੱਬਾ ਰਾਰਾ, ਹੈ ਨਾ, ਆਪਣੇ ਆਪ ਦੇ ਵਿੱਚ ਇੱਕ 3 ਅੱਖਰਾਂ ਦਾ ਇੱਕ ਸੁਮੇਲ ਆ, ਨਾ ਕੋਈ ਇਹਨੂੰ ਲਾਮ ਹੈ ਨਾ ਕੋਈ ਦਲੈਂਕੜ ਹੈ, ਪਰ ਆਪਣੇ ਆਪ 'ਚ ਅਰਥ ਇੰਨੇ ਕੀ ਬਣਾਈ ਰੱਖਦਾ ਹੈਗਾ ਕਿ ਅਸੀਂ ਜਦੋਂ ਸੋਚਣ ਲੱਗ ਪੈਂਦੇ ਆ ਨਾ ਤੇ ਬਹੁਤ ਸਾਰੀਆਂ ਚੀਜ਼ਾਂ ਫਿਰ ਦਿਲ ਤੋਂ ਦਿਮਾਗ ਤੋਂ ਨਿਕਲਣ ਲੱਗ ਪੈਣੀਆਂ, ਜੋ ਆਲੇ ਦੁਆਲੇ ਅਸੀਂ ਸਿੱਖਿਆ ਹੁੰਦਾ ਉਹ ਸਾਨੂੰ ਦਿਖਣੀਆਂ ਸ਼ੁਰੂ ਹੋ ਜਾਂਦੀਆਂ। ਦੇਖੋ ਜੀ, ਜਿਹੜਾ ਸਬਰ ਨਹੀਂ ਰੱਖਦਾ ਉਹਦਾ ਕਿਤੇ ਨਾ ਕਿਤੇ ਲਾਈਫ ਦੇ ਵਿੱਚ ਪ੍ਰੋਬਲਮ, ਡਿਸਟਰਬੈਂਸ ਚੱਲਦੀ ਰਹਿੰਦੀ ਕੁਛ ਨਾ ਕੁਛ, ਹੈ ਨਾ। ਲਾਈਕ ਉਹਨੂੰ ਸਾਰੇ ਕਹਿੰਦੇ ਯਾਰ ਸਬਰ ਰੱਖਿਆ ਕਰ, ਠੰਡ ਰੱਖਿਆ ਕਰ, ਹੈ ਨਾ। ਲਾਈਕ ਇਹ ਵਰਡ ਜ਼ਰੂਰ ਤੈਨੂੰ, ਹਾਂਜੀ, ਹਾਂ, ਮੈਂ ਵੀ ਬਹੁਤ ਵਾਰ ਸੁਣਿਆ, ਤੁਸੀਂ ਵੀ ਬਹੁਤ ਵਾਰ ਸੁਣਿਆ, ਠੰਡ ਰੱਖਿਆ ਕਰ, ਸਬਰ ਰੱਖਿਆ ਕਰ,
ਹਨਾ ਕਾਲੀ ਕਦੇ ਪਈ ਕਾਲੀ ਪਈ ਹੈ, ਤੈਨੂੰ ਬਹੁਤ ਕਾਲੀ ਲਾਈਕ ਦਿਸ, ਹਨਾ। ਸੋ ਇਹ ਚੀਜ਼ਾਂ ਮੇਰੇ ਲੱਗਦਾ ਹਰ ਇੱਕ ਦੇ ਨਾਲ ਜੁੜੀਆਂ ਹੋਈਆਂ। ਬਿਲਕੁਲ, ਬੇਸ਼ੱਕ ਜਿਹਦੇ ਕੋਲ ਸਬਰ ਹੈ, ਜਿਹਦੇ ਕੋਲ ਨਹੀਂ ਹੈ, ਅਸੀਂ ਬਹੁਤ ਵਾਰ ਫੇਸ ਕੀਤਾ, ਲੇਕਿਨ ਬਾਅਦ ਚ ਕਿਤੇ ਨਾ ਕਿਤੇ ਪਛਤਾਵਾ ਜ਼ਰੂਰ ਹੁੰਦਾ ਵੀ ਯਾਰ ਸਬਰ ਜ਼ਰੂਰੀ ਹੈ, ਰੱਖ ਲੈਣਾ ਚਾਹੀਦਾ, ਹਨਾ। ਹੁਣ ਬਾਰ-ਬਾਰ ਜਦੋਂ ਮੈਂ ਸੜਕਾਂ ਦੀ ਗੱਲ ਕਰਾਂ, ਖਾਸ ਤੌਰ ਤੇ ਸੜਕਾਂ ਦੇ ਉੱਪਰ ਸਬਰ ਦੇਖਣ ਨੂੰ ਨਹੀਂ ਮਿਲਦਾ, ਔਰ ਮੈਨੂੰ ਤਾਂ ਬਹੁਤ ਗੁੱਸਾ ਚੜ੍ਹਦਾ ਜਦੋਂ ਕੋਈ ਰਫ ਡਰਾਈਵਿੰਗ ਕਰਦਾ, ਰੈਸ਼ ਡਰਾਈਵਿੰਗ ਕਰਦਾ, ਹਨਾ। ਹਾਂ, ਗੁੱਸਾ ਤਾਂ ਚੜ੍ਹਦਾ ਹੀ ਚੜ੍ਹਦਾ, ਕਿਉਂਕਿ ਆਪ ਤਾਂ ਸਿਆਣੇ ਸੱਚ ਹੀ ਕਹਿੰਦੇ ਆ, ਕਿਸੇ ਦੇ ਮੂੰਹੋਂ ਸੁਣਿਆ ਸੀ, ਆਪ ਤਾਂ ਮਰਨਾ ਨਾਲ ਦੇ ਨਾਲ 2-4 ਜਾਣਿਆਂ ਨੂੰ ਹੋਰ ਵੀ ਮਾਰ ਲੈ। ਕਿਹੜੀ ਅੱਗ ਲੱਗੀ ਜਿਹੜੀ ਅੱਗੇ ਜਾ ਕੇ ਬੁਝਾਉਣੀ ਆ ਤੂੰ, ਹਨਾ। ਮਤਲਬ ਇਦਾਂ ਆਂਦੀਆਂ ਵੀ ਉਸ ਟਾਈਮ ਉੱਤੇ ਗੁੱਸੇ ਦੇ ਵਿੱਚ ਆਣ ਕੇ ਸਾਡੇ ਮੂੰਹੋਂ ਨਿਕਲ ਜਾਂਦੇ ਆ, ਕਿਉਂਕਿ ਹੁੰਦੀ ਗਲਤ ਡਰਾਈਵਿੰਗ ਆ, ਹਨਾ। ਆਪਾਂ ਕਹਿ ਹੀ ਨਹੀਂ ਸਕਦੇ ਉਹਨਾਂ ਨੂੰ ਕਿ ਤੂੰ ਸਹੀ ਤੇ ਸੱਚੇ ਢੰਗ ਦੇ ਨਾਲ ਚਲਾਉਂਦਾ ਪਿਆ। ਹੁਣ ਵਿਕਾਸ ਜੀ, ਇੱਕ ਮੈਨੂੰ ਗੱਲ ਚੇਤੇ ਆ ਰਹੀ ਆ, ਆਪਾਂ ਸਬਰ ਦੀ ਗੱਲ ਕਰਦੇ ਆ ਨਾ, ਜਦੋਂ ਸਬਰ ਦੀ ਗੱਲ ਕਰਦੇ ਆ ਤੇ ਬਹੁਤ ਸਾਰੀਆਂ ਚੀਜ਼ਾਂ ਇਹਦੇ ਨਾਲ ਜੁੜੀਆਂ ਹੋਈਆਂ ਆ। ਪਹਿਲੀ ਹੈਗੀ ਇਮਾਨਦਾਰੀ, ਹਨਾ। ਆਪਾਂ ਇਮਾਨਦਾਰ ਹੋਵਾਂਗੇ, ਜੇ ਬੇਈਮਾਨੀ ਹੈ ਤਾਂ ਮਤਲਬ ਬੇਸਬਰੇ ਆ ਅਸੀਂ, ਫਿਰ ਸ਼ਾਰਟਕਟ ਤਰੀਕਾ ਬੇਈਮਾਨੀ, ਬੇਈਮਾਨੀ ਹੈ ਨਾ। ਫਿਰ ਅਸੀਂ ਕੋਈ ਨਾ ਕੋਈ ਇਦਾਂ ਦਾ ਰਾਹ ਲੱਭਾਂਗੇ ਜਿੱਥੇ ਸਾਨੂੰ ਭਾਵੇਂ ਪੈਸੇ ਵੀ ਦੇਣੇ ਪੈਣ, ਭਾਵੇਂ ਕੁਝ ਵੀ ਕਰਨਾ ਪਵੇ, ਅਸੀਂ ਕੰਪਰੋਮਾਈਜ਼ ਕਰਨ ਨੂੰ ਰੈਡੀ ਹੋ ਜਾਂਦੇ। ਮਤਲਬ ਇੱਕ ਸਭ ਤੋਂ ਪਹਿਲਾਂ ਆ ਜਾਂਦਾ ਸਾਡੇ ਕੋਲ ਇਮਾਨਦਾਰੀ। ਇਮਾਨਦਾਰੀ ਤਾਂ ਕਹਿੰਦੇ ਕਿ ਇੰਨੀ ਕੁ ਵੱਡੀ ਚੀਜ਼ ਹੈ ਨਾ, ਕਿ ਜਦੋਂ ਕਹਿੰਦੇ ਹੁੰਦੇ ਨਾ ਕਿ ਕਹਿੰਦੇ ਕਿ ਤੁਸੀਂ ਇੰਤਜ਼ਾਰ ਕਰਦੇ ਹੋ ਕਿਸੇ ਚੀਜ਼ ਦਾ, ਤੇ ਤੁਹਾਨੂੰ ਜਦੋਂ ਉਹ ਮਿਲਦੀ ਹੈਗੀ ਆ, ਤੇ ਕਹਿੰਦੇ ਕਿ ਆਪਣਾ ਕਿਰਦਾਰ ਤੁਸੀਂ ਇਸ ਤਰ੍ਹਾਂ ਦਾ ਨਿਭਾਓ ਕਿ ਜਦੋਂ ਤੁਸੀਂ ਜਾਓ, ਪਰਦਾ ਡਿੱਗਣ ਤੇ ਕਹਿੰਦੇ ਹੁੰਦੇ ਤਾਲੀਆਂ ਵੱਜਦੀਆਂ ਰਹਿੰਦੀਆਂ, ਇਸੇ ਤਰ੍ਹਾਂ ਹੀ ਤੁਹਾਡਾ ਜਿਹੜਾ ਇੱਕ ਸ਼ਖਸੀਅਤ ਹੋਣੀ ਚਾਹੀਦੀ ਆ। ਹੁਣ ਇਮਾਨਦਾਰੀ ਅਸੀਂ ਕਹਿੰਦੇ ਆ। ਦੂਸਰਾ ਸਾਡੇ ਕੋਲ ਆ ਜਾਂਦਾ ਹੈਗਾ ਕਿ ਅਸੀਂ ਕੰਮਾਂ ਨੂੰ ਮੈਨੇਜ ਕਰਕੇ ਚੱਲਦੇ ਆ। ਸਬਰ ਦੇ ਵਿੱਚ ਅਸੀਂ ਇਹੀ ਕਰਦੇ ਆ ਨਾ, ਸਾਰੀ ਸਾਡੀ ਲਾਈਫ ਜਿਹੜੀ ਪੂਰੀ ਮੈਨੇਜੇਬਲ ਹੁੰਦੀ ਆ, ਪ੍ਰੋਪਰ ਅਸੀਂ ਮੈਨੇਜ ਕਰਦੇ, ਪ੍ਰੋਪਰ ਪਲੈਨਿੰਗ ਕਰਦੇ ਆ। ਕੋਈ ਗਲਤ ਚੀਜ਼ ਹੋ ਜਾਂਦੀ ਆ, ਉਹਨੂੰ ਅਸੀਂ ਮੁੜ ਕੇ ਦੁਹਰਾਉਂਦੇ ਨਹੀਂ, ਹੈ ਨਾ। ਥਰਡ ਸਾਡੇ ਕੋਲ ਆ ਜਾਂਦੀ ਹੈ ਸਬਰ ਦੇ ਨਾਲ ਜੁੜੀ ਹੋਈ ਚੀਜ਼, ਕਿ ਜਿਹਦੇ ਵਿੱਚ ਅਸੀਂ ਕਹਿੰਦੇ ਆ ਕਿ ਅਸੀਂ ਆਸ ਲਗਾਉਂਦੇ ਆ। ਇੱਕ ਸਬਰ ਦੇ ਵਿੱਚ ਬਹੁਤ ਵੱਡੀ ਆਸ ਹੁੰਦੀ ਹੈ ਸਾਨੂੰ, ਉਮੀਦ ਹੈ ਕਿ ਕੁਛ ਨਾ ਕੁਛ ਇਦਾਂ ਦਾ ਹੋਏਗਾ ਜ਼ਰੂਰ, ਕਿ ਚੱਲ ਅਸੀਂ ਸਬਰਾਂ ਦੇ ਨਾਲ ਬੈਠੇ ਹਾਂ, ਪਰਮਾਤਮਾ ਤਾਂ ਦੇਖਦਾ ਹੀ ਹੈ। ਬਿਲਕੁਲ ਸਹੀ ਗੱਲ ਹੈ। ਸਬਰ ਦਾ ਜਿਹੜਾ ਰਿਜ਼ਲਟ ਆ ਕਦੀ ਵੀ ਨੈਗੇਟਿਵ ਨਹੀਂ ਹੋਇਆ, ਪੋਜ਼ਿਟਿਵ ਹੀ ਹੋਇਆ ਹਮੇਸ਼ਾ, ਔਰ ਉਹ ਇਨਸਾਨ ਨੂੰ ਖੁਸ਼ੀ ਹੀ ਦਿੰਦਾ ਹਮੇਸ਼ਾ, ਕਿਉਂਕਿ ਉਹਨੂੰ ਇੱਕ ਤਸੱਲੀ ਵੀ ਮਿਲਦੀ ਹੈ ਵੀ ਮੈਂ ਸਬਰ ਕੀਤਾ, ਮੈਨੂੰ ਫਲ ਮਿੱਠਾ ਮਿਲਿਆ, ਰਾਈਟ। ਔਰ ਮੇਰੇ ਬਹੁਤ ਸਾਰੇ ਦੋਸਤ ਹੈ ਜਿਹੜੇ ਬੰਬੇ ਦੇ ਵਿੱਚ ਸਟਰਗਲ ਕਰਦੇ ਪਏ ਆ, ਐਕਟਰ ਬਣਨ ਦੀ, ਹੀਰੋ ਬਣਨ ਦੀ, ਬਹੁਤ ਸਾਰੇ ਫਰੈਂਡਸ ਹੈ, ਉਹ ਸਬਰ ਕਰਕੇ ਬੈਠੇ ਆ। ਬਿਲਕੁਲ, ਕਦੇ ਤਾਂ ਟਾਈਮ ਆਏਗਾ। ਕਦੇ ਤਾਂ ਟਾਈਮ ਆਏਗਾ। ਇੱਕ ਉਮੀਦ ਹੈ, ਇੱਕ ਆਸ ਹੈ, ਲਾਈਕ ਉਹ ਪੋਜ਼ਿਟਿਵ ਨੇ ਹਮੇਸ਼ਾ। ਜੇ ਆਪਾਂ ਨੂੰ ਯੰਗ ਵਾਲਾ ਕੋਈ ਕਿਰਦਾਰ ਨਹੀਂ ਮਿਲਿਆ, ਤੇ ਕੀ ਪਤਾ ਆਪਾਂ ਨੂੰ 30+ ਜਾਂ 40+ ਵਾਲਾ ਮਿਲ ਜਾਵੇ। 40+ ਮਿਲ, ਬਹੁਤ ਸਾਰੇ ਸਾਡੇ ਬਾਲੀਵੁੱਡ ਇੰਡਸਟਰੀ ਦੇ ਬਹੁਤ ਸਾਰੇ ਐਸੇ ਕਲਾਕਾਰ ਜਿਨ੍ਹਾਂ ਨੂੰ 45+ ਤੋਂ ਬਾਅਦ ਕੰਮ ਮਿਲਿਆ, ਬੌਮੀ ਰਾਣੀ ਜੀ, ਤੇ ਔਰ ਇੰਨਾ ਕੰਮ ਮਿਲਿਆ ਕਿ ਮਤਲਬ ਇੰਨਾ ਫੇਸ ਉਹਨਾਂ ਦਾ ਫੇਮਸ ਹੋ ਗਿਆ ਕਿ ਸਭ ਕਹਿੰਦੇ ਸੀ ਕਿ ਅਸੀਂ ਮਤਲਬ ਇਹਨਾਂ ਵਰਗੇ ਹੀ ਬਣਨਾ, ਅਸੀਂ ਇਦਾਂ ਦਾ ਹੀ ਬਣਨਾ। ਹੁਣ ਬਹੁਤ ਸਾਰੀਆਂ ਐਗਜ਼ਾਮਪਲ ਸਾਡੇ ਕੋਲ ਹੈਗੀਆਂ ਨੇ, ਹਨਾ। 50+ ਜਿਹੜੇ ਹੈਗੇ ਆ, ਇੱਕ ਮਤਲਬ ਉਹ ਆਪਣਾ ਕਿਰਦਾਰ ਇੰਨਾ ਸੋਹਣਾ ਨਿਭਾ ਜਾਂਦੇ ਨੇ। ਮਤਲਬ ਅੱਜ ਕੱਲ ਅਸੀਂ ਦੇਖਦੇ ਆ ਸਾਰੇ ਡੇਲੀ ਸੋਪ ਸ਼ੋਜ਼ ਆਉਂਦੇ ਹੈਗੇ, ਸਾਡੇ ਕੋਲ ਸੀਰੀਅਲ ਵਗੈਰਾ ਆਉਂਦੇ, ਕਿਤੇ ਨਾ ਕਿਤੇ ਉਹ ਸਬਰ ਤਾਂ ਕਰਕੇ ਬੈਠੇ ਹੋਣਗੇ। ਬਿਲਕੁਲ, ਬੰਬੇ ਫਿਲਮ ਇੰਡਸਟਰੀ ਦੇ ਵਿੱਚ ਤਾਂ ਬਹੁਤ ਸਾਰਾ ਸਬਰ ਲੈ ਕੇ ਬਹੁਤ ਸਾਰੇ ਆਰਟਿਸਟ ਬੈਠੇ ਹੋਏ ਆ ਵੀ ਇੱਕ ਨਾ ਇੱਕ ਦਿਨ ਤਾਂ ਟਾਈਮ ਆਏਗਾ, ਔਰ ਅਸੀਂ ਸ਼ਾਰਟਕਟ ਨਹੀਂ ਲੈਣਾ, ਕੋਈ ਗਲਤ ਰਾਹ ਨਹੀਂ ਅਪਣਾਉਣਾ, ਯਾਨੀ ਕਿ ਅਸੀਂ ਸਬਰ ਸੰਤੋਖ ਲੈ ਕੇ ਬੈਠੇ ਹਾਂ ਤੇ ਸਾਨੂੰ ਵਧੀਆ ਰਿਜ਼ਲਟ ਮਿਲੇਗਾ। ਅੱਛਾ, ਜਦੋਂ ਆਪਾਂ ਬਾਰ-ਬਾਰ ਸੰਤੋਖ ਦੀ ਗੱਲ ਕਰਦੇ ਨਾ, ਮੈਨੂੰ ਮੇਰੇ ਇੱਕ ਦੂਰ ਦੇ ਭੂਆ ਜੀ ਹੈ, ਉਹਨਾਂ ਦੀ ਯਾਦ ਆ ਗਈ। ਉਹਨਾਂ ਦਾ ਨਾਮ ਹੈਗਾ ਸੰਤੋਸ਼। ਅੱਛਾ। ਤੇ ਸੰਤੋਸ਼ ਉਹਨਾਂ 'ਚ ਹੈ ਹੀ ਨਹੀਂ। ਮੈਨੂੰ ਇੱਕਦਮ ਯਾਦ ਆ ਗਿਆ, ਸੌਰੀ। ਅੱਛਾ, ਠੀਕ ਆ, ਕੋਈ ਗੱਲ ਨਹੀਂ, ਆਪਣੇ ਬੜੇ ਹੁੰਦੇ ਨੇ ਚੀਜ਼ਾਂ। ਸੰਤੋਸ਼ ਭੂਆ ਜੀ, ਤੁਹਾਡੇ 'ਚ ਸੰਤੋਸ਼ ਨਹੀਂ ਹੈਗਾ, ਉਹ ਆਪ ਹੀ ਕਹਿੰਦੇ ਮੇਰੇ 'ਚ ਸੰਤੋਸ਼ ਨਹੀਂ ਹੈਗਾ। ਕਈ ਵਾਰ ਆਪਾਂ ਨਾਮ ਵੀ ਸੋਚ ਸਮਝ ਕੇ ਰੱਖਦੇ ਹੈਗੇ ਕਿ ਉਦਾਂ ਦੀ ਸ਼ਖਸੀਅਤ ਦੇ ਬਣਨਗੇ, ਪਰ ਕਈ ਵਾਰ ਹੁੰਦਾ ਉਹ ਉਲਟ ਸ਼ਖਸੀਅਤ ਦੇ ਹੀ ਹੁੰਦੇ ਆ, ਨਾਮ ਕੁਝ ਹੋਰ ਹੁੰਦਾ ਹੈ, ਸ਼ਖਸੀਅਤ ਕੁਝ ਹੋਰ ਹੁੰਦੀ ਹੈ। ਮੈਨੂੰ ਲੱਗਦਾ ਵੀ ਆਪਾਂ ਖਰੀਆਂ ਖੋਟੀਆਂ ਦੇ ਵਿੱਚ ਅਗਲਾ ਜਿਹੜਾ ਟੌਪਿਕ ਹੈ ਇਹ ਲਵਾਂਗੇ। ਬਿਲਕੁਲ ਜ਼ਰੂਰ ਲਵਾਂਗੇ, ਨਾਮ ਤੇ ਜ਼ਰੂਰ ਗੱਲ ਕਰਾਂਗੇ। ਅੱਛਾ ਵਿਕਾਸ ਜੀ, ਮੈਂ ਆਸ ਦੀ ਗੱਲ ਕਰਦੀ ਸੀਗੀ। ਆਸ ਮਤਲਬ ਅਸੀਂ ਸਾਰਿਆਂ ਨੇ ਕਹਾਣੀ ਪੜ੍ਹੀ ਹੋਈ ਹੈ ਇਹ, ਔਰ ਇੱਥੇ ਮੈਨੂੰ ਲੱਗਦਾ ਹੈ ਕਿ ਮੈਂ ਜਦੋਂ ਗੱਲ ਕਰਾਂਗੀ ਸਭ ਨੂੰ ਯਾਦ ਵੀ ਆ ਜਾਏਗਾ ਕਿ ਇੱਕ ਵਾਰ ਦੀ ਗੱਲ ਹੈ, ਪਿੰਡ ਦੇ ਵਿੱਚ ਨਾ ਮੀਂਹ ਨਹੀਂ ਪੈਂਦਾ ਸੀਗਾ, ਬੜੀਆਂ ਅਰਦਾਸਾਂ ਹੋਈਆਂ ਕਿ ਮੀਂਹ ਪਵੇ, ਸੋਕਾ ਪਿਆ, ਕਿਸਾਨ ਰੋਂਦੇ ਪਏ ਸੀਗੇ, ਹਨਾ। ਸੋ ਡੰਗਰ ਪਸ਼ੂ ਜਿਹੜੇ ਸਾਰੇ ਮਤਲਬ ਐਨ ਤਰਾ ਕਰਦੇ ਪਏ ਸੀ, ਲੋਕ ਤਰਾ ਕਰਦੇ ਪਏ ਸੀਗੇ। ਤਾਂ ਉਹਨਾਂ ਦੇ ਵਿੱਚ ਜਿਹੜੇ ਕਿ ਇੱਕ ਸਾਰੇ ਜਾਣੇ ਕਹਿੰਦੇ ਇਕੱਠੇ ਹੋ ਕੇ ਆਪਾਂ ਅਰਦਾਸ ਜ਼ਰੂਰ ਕਰਨੀ ਆ, ਚਲੋ ਆਪੋ ਪਿੰਡ ਦੇ ਬਾਹਰ ਜਾ ਕੇ ਕਿਤੇ ਅਰਦਾਸ ਕਰਦੇ ਆ ਟਿੱਬੇ ਦੇ ਕੋਲ। ਤੇ ਕੀ ਹੋਇਆ, ਅਰਦਾਸ ਜਦੋਂ ਕਰਨ ਲੱਗੇ ਤੇ ਸਾਰੇ ਜਾਣੇ ਆਪੋ ਆਪਣੇ ਘਰਾਂ ਦੇ ਵਿੱਚੋਂ ਨਿਕਲੇ, ਤੇ ਇੱਕ ਇਨਸਾਨ ਸੀ ਕਿ ਜਿਹੜਾ ਆਪਣੇ ਘਰੋਂ ਨਿਕਲਿਆ ਛਾਤਾ ਲੈ ਕੇ, ਅੰਬਰੇਲਾ ਲੈ ਕੇ, ਮਤਲਬ ਛਤਰੀ ਲੈ ਕੇ। ਉਹਨੂੰ ਇਹੀ ਆਸ ਸੀ ਕਿ ਜਦੋਂ ਅਰਦਾਸ ਹੋਏਗੀ
ਪਰਮਾਤਮਾ ਜ਼ਰੂਰ ਸੁਣੇਗਾ, ਆਉਂਦੇ ਹੋਏ ਅਸੀਂ ਭਿੱਜ ਜਾਵਾਂਗੇ ਤੇ ਮੈਂ ਛਤਰੀ ਜ਼ਰੂਰ ਲੈ ਕੇ ਜਾਣੀ। ਮਤਲਬ ਇਹ ਇੱਕ ਆਸ ਹੈ ਸਾਡੇ ਮਨ ਦੇ ਵਿੱਚ, ਹੈ ਨਾ, ਉਹ ਇੰਨੀ ਪੋਜ਼ਿਟਿਵਿਟੀ ਸਾਨੂੰ ਦਿੰਦੀ ਆਸ ਜਿਹੜੀ ਹੁੰਦੀ ਹੈਗੀ, ਉਹਦੇ ਨਾਲ ਹੀ ਸਾਨੂੰ ਸਬਰ ਆਉਣਾ ਸ਼ੁਰੂ ਹੋ ਜਾਂਦਾ ਹੈ। ਸਾਨੂੰ ਇੱਕ ਆਸ ਜਿਹੜੀ ਹੁੰਦੀ ਹੈ, ਅਸੀਂ ਕਹਿੰਦੇ ਆ ਕਿ ਅਸੀਂ ਕੰਮ ਕਰਦੇ ਆ ਕੋਈ ਨਾ, ਆਪਣਾ ਕੋਈ ਟਾਰਗੇਟ ਰੱਖਿਆ, ਏਮ ਰੱਖਿਆ ਜ਼ਿੰਦਗੀ ਦਾ, ਅਸੀਂ ਉਹਨੂੰ ਅਚੀਵ ਕਰਨ ਦੇ ਲਈ ਮਿਹਨਤ ਕਰਦੇ ਹੈਗੇ ਆ, ਲਗਾਤਾਰ ਸਟਰਗਲ ਕਰਦੇ ਆ, ਕਈ ਵਾਰ ਅੱਕ ਵੀ ਜਾਂਦੇ ਆ, ਥੱਕ ਵੀ ਜਾਂਦੇ ਆ, ਕਈ ਵਾਰ ਮਨ ਇਦਾਂ ਵੀ ਕਰਦਾ ਛੱਡ ਪਰੇ ਇਹ ਨਹੀਂ ਸਾਡੇ ਤੋਂ ਹੋਣਾ, ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਆਸ ਜਿਹੜੀ ਹੈਗੀ ਹੈ ਨਾ, ਉਹ ਸਾਡੇ ਸਬਰ ਨੂੰ ਲਈ ਚੱਲਦੀ ਹੈ ਨਾਲ। ਬਿਲਕੁਲ ਬਿਲਕੁਲ ਸਾਨੂੰ ਲੱਗਦਾ ਹੈ ਕਿ 4 ਬੰਦੇ ਜੇ ਖੜੇ ਆ, ਉਹਨਾਂ ਕੋਲ ਜੋ ਨਹੀਂ ਆ ਉਹ ਸਾਡੇ ਕੋਲ ਹੈਗਾ, ਅਸੀਂ ਆਪਣੇ ਆਪ ਨੂੰ ਦੇਖਦੇ ਆ, ਫਿਰ ਆਸ ਵਧਣੀ ਹੋਰ ਸ਼ੁਰੂ ਹੋ ਜਾਂਦੀ। ਵੈਸੇ ਕਮਲ, ਸਬਰ ਵਾਲੇ ਰਸਤੇ ਤੇ ਚੱਲਣਾ ਬਹੁਤ ਔਖਾ ਹੈ ਮੇਰੇ ਹਿਸਾਬ ਨਾਲ, ਕਿਉਂਕਿ ਇਹਦੇ ਲਈ ਇੱਕ ਜਿਗਰਾ ਚਾਹੀਦਾ, ਇਹਦੇ ਲਈ ਇੱਕ ਕੀ ਉਹਨੂੰ ਕਹਿੰਦੇ ਸਟਰੋਂਗ ਜਿਹੜਾ ਅੰਦਰੋਂ ਹੈ ਨਾ, ਵਿਲ ਪਾਵਰ ਸਟਰੋਂਗ ਚਾਹੀਦੀ ਹੈ ਪੂਰੀ ਤਰ੍ਹਾਂ, ਹਨਾ, ਵੀ ਨਹੀਂ ਸਬਰ ਮੇਰੇ 'ਚ ਹੈ ਤੇ ਹੈ, ਲਾਈਕ ਫਿਰ ਉਹ ਸ਼ਾਰਟਕਟ ਵੱਲ ਜਾਂਦਾ ਹੀ ਨਹੀਂ, ਰਾਈਟ। ਸੋ ਉਹ ਵੀ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਜੇ ਤੁਸੀਂ ਸਬਰ ਤੇ ਹੀ ਚੱਲੇ ਹੋ ਸਾਰੀ ਉਮਰ, ਰਾਈਟ। ਹੁਣ ਦਿਮਾਗ 'ਚ ਇੱਕ ਹੋਰ ਗੱਲ ਆ ਰਹੀ ਹੈ, ਆਪਣੇ ਘਰਾਂ ਦੇ ਵਿੱਚ ਅਕਸਰ ਹੀ ਆਪਾਂ ਦੇਖਦੇ ਹਾਂ, ਹੁਣ ਸਬਰ ਨਹੀਂ ਹੁੰਦਾ ਤਾਂ ਹੀ ਲੜਾਈਆਂ ਹੁੰਦੀਆਂ ਘਰਾਂ 'ਚ, ਹਨਾ। ਹੁਣ ਦੇਖੋ ਤਾਂ ਮਾਂ-ਬਾਪ ਆਪਾਂ ਨੂੰ ਕੁਝ ਕਹਿ ਦਿੰਦੇ ਆ, ਆਪਣੇ 'ਚ ਸਬਰ ਥੋੜੀ ਹੁੰਦਾ, ਆਪਾਂ ਝੱਟ ਉਹਨਾਂ ਦੀ ਗੱਲ ਦਾ ਰਿਐਕਟ ਕਰਦੇ, ਗਲਤ ਕਰਦੇ ਆ, ਹਨਾ। ਹੁਣ ਤਾਏ ਚਾਚੇ ਅੱਗੇ ਹੁੰਦਾ ਸੀਗਾ, ਸਾਡੀ ਜੁਆਇੰਟ ਫੈਮਿਲੀ ਹੁੰਦੀ ਸੀ, ਹਨਾ, ਸੋ ਉਦੋਂ ਵੀ ਆਪਾਂ ਕੀ ਕਹਿੰਦੇ ਹੁੰਦੇ ਸੀ, ਸਬਰ ਦੇ ਨਾਲ ਜੇ ਬੱਚੇ ਨੂੰ ਕਹਿ ਵੀ ਦਿੱਤਾ, ਮਾਂ ਮਤਲਬ ਗੁੱਸਾ ਵੀ ਲੱਗਦਾ ਸੀਗਾ, ਮਾਂ ਨੂੰ ਸਬਰ ਦੇ ਨਾਲ ਬੈਠੀ ਰਹਿੰਦੀ ਸੀ, ਕੋਈ ਗੱਲ ਨਹੀਂ, ਮੇਰੇ ਧੀ ਪੁੱਤ ਨੂੰ ਕਿਹਾ ਕੋਈ ਗੱਲ ਨਹੀਂ, ਇਟਸ ਓਕੇ, ਹੈ ਨਾ। ਬਟ ਅੱਜ ਦੇ ਟਾਈਮ ਉੱਤੇ ਸਬਰ ਹੈ ਹੀ ਨਹੀਂ। ਤੁਸੀਂ ਕਹਿਣਾ ਤਾਂ ਦੂਰ ਦੀ ਗੱਲ, ਘੂਰ ਨਹੀਂ ਸਕਦੇ, ਘੂਰ ਨਹੀਂ ਸਕਦੇ, ਅੱਖਾਂ ਨਾਲ ਤੁਸੀਂ ਐ ਨਹੀਂ ਦੇਖ ਸਕਦੇ ਉਹਨੂੰ ਗੁੱਸੇ ਨਾਲ, ਮੇਰੇ ਵੱਲ ਦੇਖਿਆ ਕਿਉਂ, ਮੇਰੇ ਵੱਲ ਦੇਖਿਆ ਕਿਉਂ, ਹਨਾ। ਸਬਰ ਹੈ ਨਹੀਂ ਨਹੀਂ, ਕਹਿੰਦਾ ਮਤਲਬ ਉਹ ਮੈਦਾ ਨਹੀਂ ਹੈਗਾ ਪਛਾਣ ਵਾਲਾ, ਹਨਾ, ਜਿਹਨੂੰ ਕਹਿ ਦਿੰਦੇ ਆਪਾਂ, ਬਿਲਕੁਲ, ਤੇ ਫਟਾਫਟ ਇਮੀਡੀਏਟਲੀ ਆਪਾਂ ਰਿਸਪੌਂਸ ਦੇ ਦਿੰਦੇ ਆ ਔਰ ਰਿਐਕਟ ਕਰਦੇ ਆ, ਲਾਈਕ, ਹਨਾ। ਤੇ ਇਹਦੇ ਨਾਲ ਹੀ ਇੱਕ ਹੋਰ ਚੀਜ਼ ਆ ਰਹੀ ਹੈ, ਡਿਵੋਰਸ ਕੇਸ ਕਿੰਨੇ ਹੋ ਰਹੇ ਆ ਅੱਜ ਕੱਲ, ਕਿੰਨੀਆਂ ਫੈਮਲੀਆਂ ਟੁੱਟਦੀਆਂ ਜਾ ਰਹੀਆਂ ਆ। ਸੌਰੀ ਕਹਿਣ ਦੇ ਪਿੱਛੇ ਵੀ ਸਬਰ ਹੈ, ਹਨਾ। ਅਗਲੇ ਦੀ ਗੱਲ ਸੁਣਨੀ, ਨਾ ਗਲਤੀ ਤੁਸੀਂ ਕੀਤੀ ਵੀ ਨਹੀਂ ਹੈਗੀ, ਪਰ ਫਿਰ ਵੀ ਤੁਸੀਂ ਸੁਣ ਰਹੇ ਹੋ ਕਿ ਤੂੰ ਗਲਤੀ ਕੀਤੀ ਹੋਈ ਆ, ਉਹਦੇ ਵਿੱਚ ਵੀ ਦੇਖੋ ਇੱਕ ਕਿੰਨਾ ਸਬਰ ਹੈ, ਚਾਹੇ ਉਹ ਔਰਤ ਹੋਵੇ ਚਾਹੇ ਉਹ ਆਦਮੀ ਹੋਵੇ, ਹੈ ਨਾ। ਦੋਨਾਂ ਦੇ ਵਿੱਚ ਆਪਾਂ ਕਹਿੰਦੇ ਕਿ ਦੋਨੋਂ ਜੇ ਚੰਗੇ ਹੈਗੇ ਤਾਂ ਫੈਮਿਲੀ ਚੱਲਦੀ ਹੈ। ਕਈ ਵਾਰ ਔਰਤ ਕਹਿ ਦਿੰਦੀ ਕਿ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ, ਹੈ ਨਾ, ਤੇ ਤੁਸੀਂ ਇਹ ਮੰਨੀ ਨਹੀਂ ਗੱਲ। ਕਈ ਵਾਰ ਆਦਮੀ ਦੇ ਦਿਮਾਗ 'ਚ ਉਹ ਚੀਜ਼ ਨਹੀਂ ਹੁੰਦੀ, ਪਰ ਉਹ ਫਿਰ ਵੀ ਮੰਨ ਜਾਂਦੇ ਕਿ ਹਾਂ ਤੂੰ ਮੈਨੂੰ ਕਹੀ ਸੀ, ਚੱਲ ਕੋਈ ਗੱਲ ਨਹੀਂ। ਹੁਣ ਜੇ ਇਹ ਚੀਜ਼ ਨਾ ਹੋਵੇ, ਸਬਰ ਨਾ ਹੋਵੇ, ਅਗਲੇ ਬੰਦੇ ਨੂੰ ਹੋਵੇ ਕਿ ਨਹੀਂ ਮੈਂ ਤਾਂ ਰਿਐਕਟ ਕਰਨਾ ਹੀ ਏਦਾਂ ਗਲਤ ਕਰਨਾ, ਫਿਰ ਤਾਂ ਡਿਵੋਰਸ ਤੱਕ ਹੀ ਗੱਲਾਂ ਪਹੁੰਚਣੀਆਂ ਨੇ। ਬਿਲਕੁਲ ਬਿਲਕੁਲ ਸਹੀ। ਅੱਛਾ, ਇੱਕ ਹੋਰ ਗੱਲ ਮੈਂ ਤੁਹਾਡੀ ਗੱਲ ਵਿੱਚੋਂ ਯਾਦ ਆਈ, ਬਹੁਤ ਸਾਰੀਆਂ ਲੇਡੀਜ਼ ਦੀਆਂ ਉਮੀਦਾਂ ਹੁੰਦੀਆਂ ਆਪਣੇ ਹਸਬੈਂਡ ਤੋਂ ਵੀ ਅਸੀਂ ਫਲਾਣੀ ਜਗ੍ਹਾ ਘੁੰਮਣ ਜਾਵਾਂਗੇ, ਜਾਂ ਅਸੀਂ ਆਹ ਗੱਡੀ ਲਵਾਂਗੇ, ਮੇਰੇ ਹਸਬੈਂਡ ਮੈਨੂੰ ਡਾਇਮੰਡ ਦਾ ਨੈਕਲੈਸ ਦੇਣਗੇ, ਹੁਣ ਹੁੰਦੀਆਂ ਹੀ ਆ ਰੀਝਾਂ, ਛੋਟੀਆਂ ਵੱਡੀਆਂ ਰੀਝਾਂ ਹੁੰਦੀਆਂ ਨੇ। ਉਹ ਹਸਬੈਂਡ ਦੀ ਸਿਚੁਏਸ਼ਨ ਵੀ ਦੇਖ ਲੈਂਦੀ ਹੈ ਵੀ ਮੇਰੇ ਹਸਬੈਂਡ ਦੀ ਉਨੀ ਕਮਾਈ ਨਹੀਂ ਹੈ, ਰਾਈਟ। ਉਹ ਲੇਡੀ ਵੀ ਤਾਂ ਸਬਰ ਲੈ ਕੇ ਬੈਠੀ ਹੈ, ਰਾਈਟ। ਔਰ ਜਿਹਨਾਂ ਲੇਡੀਜ਼ ਵਿੱਚ ਉਹ ਸਬਰ ਹੀ ਨਹੀਂ ਹੁੰਦਾ, ਤੇ ਉਹ ਸਿੱਧਾ ਨੌਬਤ ਡਿਵੋਰਸ ਹੀ ਆਉਂਦੀ ਹੈ। ਬਿਲਕੁਲ ਬਿਲਕੁਲ। ਸੋ ਉਹਨਾਂ ਲੇਡੀਜ਼ ਨਿਭਦੇ ਥੋੜੀ ਆ, ਉਹਦਾ ਜਸਟ ਇੱਕ ਤੁਸੀਂ ਟਾਈਮ ਪਾਸ ਹੀ ਕਰ ਰਹੇ ਹੋ। ਯੈਸ, ਬਹੁਤ ਸਾਰੀਆਂ ਔਰਤਾਂ ਇਦਾਂ ਦੀਆਂ ਹੈਗੀਆਂ ਜਿਨ੍ਹਾਂ ਨੂੰ ਮੈਂ ਜਾਣਦਾ, ਔਰ ਜਿਹੜੀਆਂ ਬਹੁਤ ਸਾਰਾ ਸਬਰ ਲੈ ਕੇ ਬੈਠੀਆਂ, ਜਿਹੜੀਆਂ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦਾ। ਕਿੰਨੇ ਚਿਰ ਦਾ, ਯਾਨੀ ਮਾਪਿਆਂ ਦੇ ਘਰ ਜਦੋਂ ਸੀਗੀਆਂ ਉਦੋਂ ਵੀ ਤਰਸੀਆਂ ਉਹਨਾਂ ਚੀਜ਼ਾਂ ਨੂੰ, ਔਰ ਹਸਬੈਂਡ ਦੇ ਘਰ ਆ ਕੇ ਉਦੋਂ ਵੀ ਤਰਸੀਆਂ, ਸਬਰ। ਤੇ ਗਾਂ ਅੱਗੇ ਧੀਆਂ ਪੁੱਤਾਂ ਤੋਂ ਵੀ ਫੇ ਕਾਮਨਾ ਕਰਦੀਆਂ ਨੇ, ਹੁੰਦਾ ਮਨ ਦੇ ਵਿੱਚ ਕਿ ਮੇਰਾ ਧੀ ਪੁੱਤ ਚੱਲ ਮੇਰੀ ਇਹ ਚੀਜ਼ ਨੂੰ ਪੂਰਾ ਕਰੇਗਾ, ਹਨਾ। ਸੋ ਉੱਥੇ ਵੀ ਇੱਕ ਸਬਰ ਜਿਹੜਾ ਹੈਗਾ ਉਹ ਬੰਦਾ ਕਿੰਨਾ ਲੈ ਕੇ ਬੈਠਾ ਹੋਇਆ ਹੈਗਾ, ਹਨਾ। ਸੋ ਇਹ ਸਭ ਚੀਜ਼ਾਂ ਮਤਲਬ ਕਿਤੇ ਨਾ ਕਿਤੇ ਮਤਲਬ ਖੋਟੀਆਂ ਵੀ ਗੱਲਾਂ ਹੈਗੀਆਂ, ਖਰੀਆਂ ਵੀ ਗੱਲਾਂ ਹੈਗੀਆਂ। ਖੋਟੀਆਂ ਇਹ ਹੋ ਜਾਂਦੀਆਂ ਜਿਹੜੇ ਸਬਰ ਨਹੀਂ ਕਰਦੇ, ਰਿਸ਼ਤਿਆਂ ਨੂੰ ਵੀ ਆਪਣਿਆਂ ਦੇ ਵਿੱਚ ਤਰੇੜ ਪੈ ਜਾਂਦੀ ਆ, ਅਸੀਂ ਤੋੜ ਦਿੰਦੇ ਆ ਰਿਸ਼ਤਿਆਂ ਨੂੰ। ਹੁਣ ਸਬਰ ਦੀ ਗੱਲ ਹੀ ਹੁੰਦੀ ਆ ਕਿ ਜੇ ਬੰਦਾ ਸਬਰ ਕਰ ਗਿਆ, ਹੁਣ ਤੁਸੀਂ ਕੋਈ ਪੜ੍ਹ ਕੇ ਤੁਸੀਂ ਜੌਬ ਕਰਨੀ ਸ਼ੁਰੂ ਕਰਦੇ ਹੋ, ਤੁਸੀਂ ਲੱਭਦੇ ਹੋ, ਜੁੱਤੀਆਂ ਘਸਾਉਂਦੇ ਹੋ, ਤੁਹਾਨੂੰ ਕੋਈ ਸਹੀ ਜੌਬ ਨਹੀਂ ਮਿਲਦੀ, ਇਹਦਾ ਮਤਲਬ ਇਹ ਥੋੜੀ ਨਾ ਤੁਸੀਂ ਉੱਠ ਕੇ ਇੱਕ ਦਿਨ ਤੁਹਾਨੂੰ ਕਿਤੇ ਮਤਲਬ ਇੰਟਰਵਿਊ 'ਚ ਤੁਸੀਂ ਆਪਣੇ ਹਾਰ ਗਏ ਹੈਗੇ ਆ, ਜਾਂ ਕਿਸੇ ਚੀਜ਼ ਨੂੰ ਨਹੀਂ ਪ੍ਰਾਪਤ ਕਰ ਸਕੇ, ਤੁਸੀਂ ਘਰ ਆਣ ਕੇ ਪੱਖੇ ਨਾਲ ਲੱਟ ਕੇ ਸੁਸਾਈਡ ਕਰ, ਨਹੀਂ, ਹਨਾ। ਉਹ ਤਾਂ ਫਿਰ ਸਬਰ ਹੀ ਨਹੀਂ, ਉਹ ਬੇਸਬਰਾ ਬੰਦਾ ਹਨਾ, ਉਹ ਤਾਂ ਬੇਸਬਰਾ ਹੋ ਗਿਆ। ਤੇ ਬੇਸਬਰੇ ਬੰਦੇ ਨੂੰ ਤਾਂ ਫਿਰ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਹੈਗੀਆਂ, ਉਹ ਆਪਣੇ ਆਪ ਦਾ ਨੁਕਸਾਨ ਤੇ ਕਰਦਾ ਨਾਲ ਦੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਵੀ ਕਰਦਾ। ਬਿਲਕੁਲ ਸਹੀ ਗੱਲ ਹੈ। ਬੇਸਬਰਾ ਬੰਦਾ ਤਾਂ ਗਲਤ ਰਾਹੇ ਤੁਰੂਗਾ, ਔਰ ਗਲਤ ਕੰਮ ਵੀ ਕਰੇਗਾ, ਔਰ ਦੂਜਿਆਂ ਵਾਸਤੇ ਉਹਨੇ ਮਿਸਾਲ ਕੀ ਬਣਨਾ, ਉਹ ਤਾਂ ਇੱਕ
ਤਾਂ ਕਲੰਕ ਬਣ ਜਾਂਦਾ ਹੈ ਨਾ। ਬਿਲਕੁਲ ਸਹੀ ਗੱਲ। ਔਰ ਜਿਹਦੇ ਕੋਲ ਸਬਰ ਹੈ ਤੇ ਮੈਨੂੰ ਲੱਗਦਾ ਉਹ ਇੱਕ ਮਿਸਾਲ ਬਣ ਜਾਂਦਾ ਦੂਜਿਆਂ ਦੇ ਲਈ, ਜਿਹੜੇ ਬਾਕੀ ਉਹਨੂੰ ਐਗਜ਼ਾਮਪਲ ਦਿੰਦੇ ਆ, ਉਹਦੇ ਵੱਲ ਦੇਖ ਕਿੰਨਾ ਸਬਰ ਹੈ ਉਹਦੇ ਵਿੱਚ। ਹਾਂ ਬਿਲਕੁਲ ਬਿਲਕੁਲ, ਹਾਂ ਉਹਦੇ ਵੱਲ ਦੇਖ ਕਿੰਨੀ ਮਿਹਨਤ ਕਰਦਾ ਉਹ, ਉਹਦੇ ਵੱਲ ਦੇਖ ਕਿੰਨਾ ਉਹਨੇ ਅਚੀਵ ਕੀਤਾ ਹੋਇਆ, ਉਹਦੇ ਵੱਲ ਦੇਖ ਕਿੰਨਾ ਲਗਾਤਾਰ ਉਹ ਕੰਮ ਕਰਦਾ। ਅੱਛਾ ਮੈਂ ਆਪਣੀ ਗੱਲ ਦੱਸਦਾ, ਮੈਂ ਜਿਹੜੀ ਚੀਜ਼ ਲੈਣੀ ਹੁੰਦੀ ਹੈ ਨਾ ਕਮਲ, ਮੇਰੀ ਇੱਕ ਆਦਤ ਹੈ, ਜਸਟ ਇਮੇਜਿਨ ਕਿ ਮੈਂ ਸਮਾਰਟ ਵਾਚ ਲੈਣੀ ਹੈ, ਮੈਂ ਕੋਈ ਮੋਬਾਈਲ ਲੈਣਾ ਹੈਗਾ, ਜਾਂ ਮੈਂ ਕਾਰ ਲੈਣੀ ਹੈਗੀ ਹੈ, ਕੋਈ ਚੀਜ਼ ਮਟੀਰੀਅਲਿਸਟਿਕ ਕੋਈ ਵੀ ਚੀਜ਼ ਹੈ ਨਾ, ਮੈਂ ਉਹਦਾ ਵਾਲਪੇਪਰ ਮੈਂ ਆਪਣੇ ਮੋਬਾਈਲ 'ਚ ਲਾ ਲੈਂਦਾ। ਅੱਛਾ ਵਾਹ। ਉਹ ਬਾਰ-ਬਾਰ ਮੈਨੂੰ ਨਜ਼ਰ ਆਉਂਦਾ ਰਹਿੰਦਾ ਉਹ। ਹਾਂ ਤੇ ਉਹ ਇੱਕ ਤਰ੍ਹਾਂ ਨਾਲ ਤੁਹਾਨੂੰ ਅੰਦਰੋਂ ਮੋਟੀਵੇਸ਼ਨ ਮਿਲਦੀ ਰਹਿੰਦੀ ਹੋਣੀ ਹੈ ਕਿ ਹਾਂ ਮੈਂ ਮੋਟੀਵੇਟ ਹੁੰਦੇ ਰਹਿੰਦੇ ਹੋਣੇ ਆ ਕਿ ਮੈਨੂੰ ਹਾਂ ਇਹ ਚੀਜ਼ ਚਾਹੀਦੀ ਆ। ਉਹ ਮੈਨੂੰ ਬਾਰ-ਬਾਰ ਉਹ ਨਜ਼ਰ ਆਉਂਦਾ ਰਹਿੰਦਾ ਜਦੋਂ ਮੈਂ ਮੋਬਾਈਲ ਓਪਨ ਕਰਨਾ, ਦੈਨ ਉਹ ਸਬਰ ਇੱਕ ਨਾ ਇੱਕ ਦਿਨ ਤਾਂ ਮੈਂ ਲਵਾਂਗਾ। ਔਰ ਮੈਂ ਸਬਰ ਕਰਕੇ ਇਦਾਂ ਬੈਠਦੀ ਆ, ਮੈਂ ਤੁਹਾਨੂੰ ਆਪਣੀ ਦੱਸ ਦਿੰਦੀ ਹੈ ਇਹ ਗੱਲ। ਕੋਈ ਵੀ ਜਦੋਂ ਚੀਜ਼ ਲੈਣੀ ਆ, ਜਦ ਕਿ ਜਿੱਦਾਂ ਤੁਸੀਂ ਕਿਹਾ ਮਟੀਰੀਅਲਿਸਟਿਕ ਆਪਾਂ ਲੈਣੇ ਆ, ਮੋਬਾਈਲ ਫੋਨ ਹੋ ਗਿਆ, ਕੁਝ ਵੀ ਹੋ ਗਿਆ, ਗੈਜਟਸ ਹੋ ਗਏ ਨਾ, ਤੇ ਮੈਂ ਕਹੂੰਗੀ ਜਦੋਂ ਨਵੀਂ ਚੀਜ਼ ਆਣੀ ਨਾ ਉਦੋਂ ਹੀ ਮੈਂ ਲੈਣੀ ਆ। ਅੱਛਾ ਨਵੇਂ ਮਾਡਲ ਦੀ ਵੇਟ ਕਰਦੇ ਹੋ? ਹਾਂ ਲੇਟੈਸਟ ਜਦੋਂ ਆਣੀ ਹੱਲੇ ਮੇਰੇ ਲਈ ਬਣ ਰਹੀ ਹੈ, ਤਦ ਤੱਕ ਮੈਂ ਮਿਹਨਤ ਕਰ ਰਹੀ ਹਾਂ, ਜਦੋਂ ਨਵੀਂ ਆ ਜਾਣੀ ਉਦੋਂ ਮੈਂ ਲੈ ਲੈਣੀ ਆ। ਇਹ ਵੀ ਇੱਕ ਸਬਰ ਹੀ ਹੈ ਬਹੁਤ ਵੱਡਾ। ਬਿਲਕੁਲ ਸਬਰ ਹੈ, ਆਪਣੇ ਆਪ ਨੂੰ ਧਰਾਸ ਦੇਣਾ, ਦਿਲਾਸਾ ਦੇਣਾ ਕਿ ਕੋਈ ਗੱਲ ਨਹੀਂ, ਤੇਰੇ ਲਈ ਹੱਲੇ ਬਣ ਰਹੀ ਹੈ, ਕੋਈ ਨਹੀਂ ਆਏਗੀ ਤੇਰੇ ਲਈ। ਜੇ ਕੰਪਨੀਆਂ ਨੂੰ ਪਤਾ ਲੱਗ ਗਿਆ ਨਾ ਵੀ ਕਮਲ ਦੇ ਕੋਲ ਇਦਾਂ ਦਾ ਸਬਰ ਹੈ, ਉਹਨਾਂ ਨੇ ਤੁਹਾਡੇ ਪਰਚੇਸ ਕਰ ਲੈਣਾ, ਉਹਨਾਂ ਸਾਨੂੰ ਦੇ ਦਿਓ ਫਰੈਂਚਾਈਜ਼ੀ ਆਪਣੀ ਸਬਰ ਦੀ। ਸਬਰ ਤਾਂ ਇੱਕ ਇਹੋ ਜਿਹਾ ਗੁਣ ਆ, ਨਾ ਅਸੀਂ ਦੇ ਸਕਦੇ ਕਿਸੇ ਤੋਂ, ਨਾ ਅਸੀਂ ਲੈ ਸਕਦੇ ਆ, ਬਸ ਅਸੀਂ ਕਿਸੇ ਦੇ ਨਾਲ ਸ਼ੇਅਰ ਕਰਕੇ ਉਹਨੂੰ ਇੱਕ ਮੋਟੀਵੇਟ ਕਰ ਸਕਦੇ ਆ ਕਿ ਸਬਰਾਂ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ, ਨਿਰੰਤਰ ਚੱਲਦੇ ਰਹਿਣਾ ਚਾਹੀਦਾ। ਪਾਣੀ ਖੜੇ ਬੋ ਮਾਰਨ ਲੱਗ ਪੈਂਦੇ ਨੇ, ਪਾਣੀ ਤੋਂ ਹੀ ਸਾਨੂੰ ਜਿਹੜੀ ਹੈਗੀ ਆ ਉਹ ਇੱਕ ਤਾਂ ਸਿੱਖਿਆ ਲੈਣੀ ਚਾਹੀਦੀ ਹੈ ਨਾ, ਕਿ ਲਗਾਤਾਰ ਪਾਣੀ ਚੱਲਦੇ ਰਹਿਣ ਤਾਂ ਚੰਗਾ ਹੀ ਰਹਿੰਦਾ। ਸੋ ਅਸੀਂ ਕਮਲ ਬੰਦੇ ਦੀ ਨੇਚਰ ਦਾ ਇੱਕ ਪਲੱਸ ਪੁਆਇੰਟ ਹੀ ਹੈ, ਆਪਾਂ ਕਹਿੰਦੇ ਨੇ ਉਹ ਬਹੁਤ ਐਂਬੀਸ਼ੀਅਸ ਹੈ, ਉਹ ਬਹੁਤ ਪੋਜ਼ਿਟਿਵ ਹੈ, ਉਹਦੀ ਵਿਲ ਪਾਵਰ ਬਹੁਤ ਸਟਰੋਂਗ ਹੈ, ਉਹਦੇ 'ਚ ਸਬਰ ਬੜਾ ਹੈ ਨਾ। ਸੋ ਇਹ ਵੀ ਉਹਦੇ ਪਲੱਸ ਪੁਆਇੰਟ ਵਿੱਚ ਹੀ ਐਡ ਚੀਜ਼ ਹੁੰਦੀ ਹੈ। ਬਿਲਕੁਲ ਰਾਈਟ। ਹਰ ਕੋਈ ਚਾਹੁੰਦਾ ਮੇਰੀ ਤਾਰੀਫ ਹੋਵੇ, ਜੇ ਉਸ ਤਾਰੀਫ ਦੇ ਵਿੱਚ ਤੁਹਾਡੇ ਸਬਰ ਦੀ ਤਾਰੀਫ ਹੋਵੇ ਤਾਂ ਮੈਨੂੰ ਲੱਗਦਾ ਇਸ ਤੋਂ ਵਧੀਆ ਤਾਰੀਫ ਨਹੀਂ ਹੋ ਸਕਦੀ। ਸਹੀ ਗੱਲ ਹੈ। ਸੋ ਅਸੀਂ ਵੀ ਚਾਹੁੰਦੇ ਹਾਂ ਕਿ ਤੁਸੀਂ ਹਮੇਸ਼ਾ ਹੀ ਚੱਲਦੇ ਰਹੋ ਔਰ ਲਗਾਤਾਰ ਹੀ ਆਪਣੀ ਮਿਹਨਤ ਕਰਦੇ ਰਹੋ, ਔਰ ਸਬਰਾਂ ਦਾ ਪੱਲਾ ਫੜ ਕੇ ਜਦੋਂ ਅਸੀਂ ਚੱਲਦੇ ਹਾਂ ਜ਼ਿੰਦਗੀ ਦੇ ਵਿੱਚ, ਜ਼ਿੰਦਗੀ ਸਾਨੂੰ ਖੂਬਸੂਰਤ ਲੱਗਦੀ ਹੈ, ਔਰ ਜ਼ਿੰਦਗੀ ਹਮੇਸ਼ਾ ਖੂਬਸੂਰਤ ਬਣੀ ਰਹੇ ਤੁਹਾਡੀ, ਔਰ ਇਹੀ ਕਾਮਨਾ ਕਰਦੇ ਹਾਂ। ਫਿਲਹਾਲ ਮੈਨੂੰ ਕਮਲਪ੍ਰੀਤ ਕੌਰ ਨੂੰ ਤੇ ਮੈਨੂੰ ਵਿਕਾਸ ਮੋਗੀਆ ਨੂੰ ਦਿਓ ਇਜਾਜ਼ਤ। ਸ਼ੁਕਰੀਆ।